ਕਰਜ਼ਾ ਮਾਫੀ ਦੇ ਉੱਤੇ ਕੁਰਕੀ ਕਿਸਾਨਾਂ ਦੀ ਜ਼ਮੀਨ ਦੀ ਡੰਗਰਾਂ ਦੀ ਤੇ ਘਰਾਂ ਦੀ ਰੋਕਣ ਲਈ ਉਹ ਕਾਨੂੰਨ ਬਣਾਏ। ਸਾਡੀ ਜ਼ਮੀਨ ਨੂੰ ਪਰੋਸ ਕੇ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਦੇ ਰਹੀ ਹੈ। ਸਾਡੇ ਕਿਸਾਨ ਬਹੁਤ ਸਾਰੇ ਸਰਕਾਰ ਵੱਲੋਂ ਤੇ 29 ਤਰੀਕ ਨੂੰ ਗ੍ਰਿਫਤਾਰ ਕੀਤੇ ਗਏ। ਅਸੀਂ ਉਹਨਾਂ ਦੀ ਗ੍ਰਿਫਤਾਰੀ ਦੀ ਪੈਰਵਾਈ ਕਰਨ ਲਈ ਲੀਗਲ ਸੈੱਲ ਬਣਾਇਆ ਸੀ। ਸਾਡੇ ਵਕੀਲ ਸਾਹਿਬਾਨ ਉਹਦੀ ਪੈਰਵਾਈ ਕਰ ਰਹੇ ਸੀ ਸੰਯੁਕਤ ਮੋਰਚੇ ਦੀ ਕਿ ਜਿਹੜੇ ਵੱਖ-ਵੱਖ ਜੇਲ੍ਹਾਂ 'ਚ ਹੈ ਉਹ ਤਿਹਾੜ ਜੇਲ੍ਹ 'ਚ ਇਕੱਠੇ ਕਰ ਦੇਣ ਤਾਂ ਕਿ ਉਹਨਾਂ ਕਿਸਾਨਾਂ ਨੂੰ ਸਾਨੂੰ ਮਿਲਣਾ ਸੌਖਾ ਰਹੇ। ਜੇ ਕੋਈ ਕਿਸਾਨ ਪਰਿਵਾਰ ਸਾਡੇ ਤੱਕ ਸੰਪਰਕ ਨਹੀਂ ਕਰ ਸਕਿਆ ਉਹ ਸੰਪਰਕ ਕਰੇ। ਸਾਡੇ ਉਸ ਐਜੀਟੇਸ਼ਨ ਦੇ ਦੌਰਾਨ ਮੋਰਚੇ ਸਾਥੀ ਗਏ, ਅਸੀਂ ਹਰ ਤਰ੍ਹਾਂ ਦੀ ਪੈਰਵੀ ਕਰ ਰਹੇ ਹਾਂ, ਉਹਨਾਂ ਦੇ ਕੇਸ ਲੜਦੇ ਹਾਂ, ਫ੍ਰੀ ਲੜਦੇ ਹਾਂ। ਸਾਡੀ ਜ਼ਿੰਮੇਵਾਰੀ ਬਣਦੀ ਹੈ, ਉਸ ਜ਼ਿੰਮੇਵਾਰੀ ਨੂੰ ਅਸੀਂ ਚੱਕ ਰਹੇ ਹਾਂ। ਪੰਜਾਬ ਦੇ ਵਿੱਚ ਟੋਲ ਪਲਾਜ਼ਿਆਂ ਤੇ ਮੌਲਾਂ ਦੇ ਅੱਗੇ ਰੇਲਵੇ ਪਾਰਕਾਂ ਦੇ ਵਿੱਚ ਤੇ ਜਾਂ ਬੀਜੇਪੀ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਘਰਾਂ ਅੱਗੇ ਧਰਨੇ ਚੱਲ ਰਹੇ ਆ। ਪੰਜਾਬ ਦੇ ਵਿੱਚ ਮੋਰਚੇ ਜਿਵੇਂ ਅਸੀਂ ਛੱਡ ਕੇ ਆਏ ਸੀ ਉਵੇਂ ਚੱਲ ਰਹੇ ਆ। ਅਸੀਂ ਸਮਝਦੇ ਹਾਂ ਕਿ ਜਿਹੜੀਆਂ ਅਜਿਹੀਆਂ ਮਹਾਂ ਪੰਚਾਇਤਾਂ ਹੋ ਰਹੀਆਂ ਪੰਜਾਬ ਦੇ ਵਿੱਚ ਉਹਨਾਂ ਦੀ ਲੋੜ ਨਹੀਂ ਹੈ। ਅਗਰ ਜੇ ਕਦੇ ਸਾਨੂੰ ਲੋੜ ਲੱਗੂਗੀ ਤਾਂ ਇੱਥੋਂ ਅਸੀਂ ਵਿਉਂਤਬੰਦੀ ਕਰਕੇ ਉਹਨਾਂ ਦਾ ਐਲਾਨ ਕਰਾਂਗੇ। ਜਿੰਨਾ ਵੀ ਜਥੇਬੰਦੀਆਂ ਨੇ ਰੱਖੀਆਂ, ਜਿੰਨਾ ਪੰਚਾਇਤਾਂ ਨੇ ਰੱਖੀਆਂ, ਉਹਨਾਂ ਨੂੰ ਅਪੀਲ ਕਰਦੇ ਹਾਂ ਅੱਜ ਦੀ ਪ੍ਰੈਸ ਕਾਨਫਰੰਸ ਰਾਹੀਂ ਕਿ ਉਹ ਜਿਹੜੀਆਂ ਮਹਾਂ ਪੰਚਾਇਤਾਂ ਰੱਖੀਆਂ ਹੋਈਆਂ ਉਹ ਨਾ ਕੀਤੀਆਂ ਜਾਣ। ਸਾਰੇ ਸਾਥੀਆਂ ਦਾ ਧੰਨਵਾਦ, ਕਿਉਂਕਿ ਲਗਾਤਾਰ ਜਦੋਂ ਤਾਂ ਸੰਯੁਕਤ ਮੋਰਚੇ ਵੱਲੋਂ ਕਿਸਾਨਾਂ ਦੀ ਐਜੀਟੇਸ਼ਨ ਚੱਲ ਰਹੀ ਹੈ, ਤੁਹਾਡੇ ਸਹਿਯੋਗ ਦੇ ਨਾਲ ਬੜਾ ਸਾਨੂੰ ਸਹਿਯੋਗ ਮਿਲ ਰਿਹਾ ਹੈ। ਇਸ ਮੋਰਚੇ ਨੂੰ ਬਲ ਮਿਲ ਰਿਹਾ ਤੁਹਾਡੀ ਪ੍ਰੈਸ ਦੇ ਰਾਹੀਂ। ਅੱਜ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ। ਉਹਦੇ ਵਿੱਚ ਅਸੀਂ ਕੁਝ ਫੈਸਲੇ ਕੀਤੇ ਹੈ ਜਾਂ ਕੁਝ ਪਹਿਲੇ ਫੈਸਲੇ ਲਏ ਹੋਏ ਨੇ ਜਿਹੜੇ ਉਹਨਾਂ ਫੈਸਲਿਆਂ ਨੂੰ ਕਾਮਯਾਬ ਕਰਨ ਲਈ ਉਹਦੀ ਹੋਰ ਵਿਆਖਿਆ ਕੀਤੀ ਹੈ। ਜਿੱਥੋਂ ਤੱਕ ਹੈ 18 ਤਰੀਕ ਦਾ ਸਾਰੇ ਦੇਸ਼ ਦੇ ਵਿੱਚ 4 ਘੰਟੇ ਲਈ 12 ਤੋਂ ਲੈ ਕੇ 4 ਵਜੇ ਤੱਕ ਟ੍ਰੇਨਾਂ ਰੋਕਣ ਦਾ ਫੈਸਲਾ ਹੈ। ਕੇਂਦਰ ਦੀ ਸਰਕਾਰ ਖਾਸ ਤੌਰ ਤੇ ਪਾਰਲੀਮੈਂਟ ਦੇ ਵਿੱਚ ਸਾਡੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇੱਕ ਸਟੇਟ ਦਾ ਇਹ ਮੋਰਚਾ ਭਾਵ ਉਹਦੇ ਕਹਿਣ ਦਾ ਪੰਜਾਬ ਨਾਲ ਸੀਮਿਤ ਕਰਦੇ ਆ। ਅਸੀਂ ਜੋ ਪਹਿਲੇ ਐਕਸ਼ਨ ਕੀਤੇ ਆ ਸਾਰੇ ਦੇਸ਼ 'ਚ ਲਾਗੂ ਹੋਏ ਆ। ਕੱਲ ਜਿਹੜਾ 18 ਤਰੀਕ ਦਾ ਐਕਸ਼ਨ ਹੋਣਾ ਹੈ ਉਹਨੂੰ ਵਿਚਾਰਿਆ ਰਿਪੋਰਟਾਂ ਲੈ ਕੇ ਸਾਰੇ ਦੇਸ਼ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਇਹ 4 ਘੰਟੇ ਲਈ ਰੇਲਾਂ ਰੋਕਣੀਆਂ ਔਰ ਉਹਦੀ ਤਿਆਰੀ ਵੱਡੀ ਪੱਧਰ ਤੇ ਹੋ ਰਹੀ ਹੈ। ਸਰਕਾਰ ਨੂੰ ਅਹਿਸਾਸ ਹੋਣਾ ਹੈ ਇਕੱਲੇ ਪੰਜਾਬ ਦਾ ਹਰਿਆਣੇ ਦਾ ਮੋਰਚਾ ਨਹੀਂ, ਸਾਰੇ ਦੇਸ਼ ਦਾ ਮੋਰਚਾ ਹੈ। ਇਸ ਲਈ 18 ਤਰੀਕ ਨੂੰ ਜਿਸ ਤਰ੍ਹਾਂ ਸਾਡਾ ਕੱਲ ਔਰ ਦੂਸਰੇ ਆਪਣੇ ਅੱਜ ਸਰ ਛੋਟੂ ਰਾਮ ਜੀ ਦੀ ਜਯੰਤੀ ਨੂੰ ਮਨਾਇਆ ਗਿਆ, ਸਾਰੇ ਦੇਸ਼ ਦੇ ਵਿੱਚ ਮਨਾ ਰਹੇ ਹਾਂ, ਜਿਨ੍ਹਾਂ ਨੇ ਕਿਸਾਨਾਂ ਲਈ ਉਹ ਕਾਨੂੰਨ ਬਣਾਏ ਜਿਹੋ ਜਿਹੇ ਕਾਨੂੰਨਾਂ ਲਈ ਅਸੀਂ ਹੁਣ ਲੜ ਰਹੇ ਹਾਂ। ਸਾਰੇ ਜੀਵਨ ਦੇ ਵਿੱਚ ਕਿਸਾਨਾਂ ਨੂੰ ਜ਼ਮੀਨਾਂ ਦੇ ਜਾਇਦਾਦ ਮਾਲਕ ਬਣਾਉਣ ਲਈ ਕਰਜ਼ਾ ਮਾਫੀ ਦੇ ਉੱਤੇ ਕੁਰਕੀ ਕਿਸਾਨਾਂ ਦੀ ਜ਼ਮੀਨ ਦੀ ਡੰਗਰਾਂ ਦੀ ਤੇ ਘਰਾਂ ਦੀ ਰੋਕਣ ਲਈ ਉਹ ਕਾਨੂੰਨ ਬਣਾਏ ਅੰਗਰੇਜ਼ ਸਰਕਾਰ ਦੇ ਖਿਲਾਫ ਲੜ ਕੇ। ਔਰ ਇੱਥੇ ਸਾਡੀ ਉਹ ਸਰਕਾਰ ਜਿਹੜੀ ਸਾਡੀ ਜ਼ਮੀਨ ਨੂੰ ਪਰੋਸ ਕੇ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਦੇ ਰਹੀ ਹੈ, ਉਹਨਾਂ ਦੀ ਉਸ ਐਜੀਟੇਸ਼ਨ ਨੂੰ ਅਸੀਂ ਤੇਜ਼ ਕਰਨ ਲਈ 18 ਤਰੀਕ ਨੂੰ ਸਾਰੇ ਦੇਸ਼ ਦੇ ਵਿੱਚ 4 ਘੰਟੇ ਲਈ ਜੋ ਰੇਲ ਰੋਕਣ ਦਾ ਸੱਦਾ ਦਿੱਤਾ ਗਿਆ ਉਹਨੂੰ ਵਿਚਾਰਿਆ ਹੈ। ਵੱਡੀ ਪੱਧਰ ਤੇ ਉਹ ਕਾਮਯਾਬ ਹੋਣਾ ਹੈ, ਤਿਆਰੀਆਂ ਹੋ ਰਹੀਆਂ। ਸਰਕਾਰ ਲਈ ਉਹ ਚੈਲੰਜ ਬਣਨਾ ਹੈ ਕਿ ਦੇਸ਼ ਦੇ ਵਿੱਚ ਸਾਰੇ ਦੇਸ਼ਾਂ ਦੇ ਵਿੱਚ ਚਾਹੇ ਉਹ ਪੰਜਾਬ ਹੈ, ਹਰਿਆਣਾ ਹੈ, ਰਾਜਸਥਾਨ ਹੈ, ਉੱਤਰਾਖੰਡ ਹੈ, ਮੱਧ ਪ੍ਰਦੇਸ਼ ਹੈ, ਯੂਪੀ ਹੈ, ਇਹ ਚਾਹੇ ਆਪਣਾ ਤ੍ਰਿਪੁਰਾ ਹੈਗਾ, ਬੰਗਾਲ ਹੈਗਾ, ਇਹਨਾਂ ਸਾਰੀਆਂ ਉੜੀਸਾ ਸਾਰੀਆਂ ਸਟੇਟਾਂ ਦੇ ਵਿੱਚ ਕਾਮਯਾਬ ਹੋਣਾ ਹੈ। ਇਸੇ ਤਰ੍ਹਾਂ ਦੂਸਰੇ ਤੌਰ ਤੇ 26 ਜਨਵਰੀ ਨੂੰ ਸਾਡੇ ਕਿਸਾਨ ਬਹੁਤ ਸਾਰੇ ਸਰਕਾਰ ਵੱਲੋਂ ਤੇ 29 ਤਰੀਕ ਨੂੰ ਗ੍ਰਿਫਤਾਰ ਕੀਤੇ ਗਏ। ਅਸੀਂ ਉਹਨਾਂ ਦੀ ਗ੍ਰਿਫਤਾਰੀ ਦੀ ਪੈਰਵਾਈ ਕਰਨ ਲਈ ਲੀਗਲ ਸੈੱਲ ਬਣਾਇਆ ਸੀ। ਸਾਡੇ ਵਕੀਲ ਸਾਹਿਬਾਨ ਉਹਦੀ ਪੈਰਵਾਈ ਕਰ ਰਹੇ ਸੀ ਸੰਯੁਕਤ ਮੋਰਚੇ ਦੀ ਅਗਵਾਈ ਦੇ ਵਿੱਚ। ਉਹ 44 ਜੋ FIR ਸਰਕਾਰ ਵੱਲੋਂ ਕੱਟੀਆਂ ਗਈਆਂ
ਉਹਨਾਂ 14 ਦੇ ਵਿੱਚ 122 ਦੇ ਲਗਭਗ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਹੈ। 10 ਦੀਆਂ ਜ਼ਮਾਨਤਾਂ ਹੋ ਚੁੱਕੀਆਂ, 5 ਦੀ ਜ਼ਮਾਨਤਾਂ ਜਲਾਈ ਸੀ, ਉਹਦੀ ਹਜੇ ਰਿਪੋਰਟ ਹੈ, ਸ਼ਾਇਦ ਉਹ ਵੀ ਜ਼ਮਾਨਤ ਹੋ ਜੇ। ਇਸ ਤਰੀਕੇ ਨਾਲ ਜਿੱਥੇ ਉਹ ਜੇਲ੍ਹ 'ਚ ਬੈਠੇ ਆ ਸਾਥੀ, ਉਹਨਾਂ ਨੂੰ ਮਿਲ ਕੇ ਜਿਸ ਵੀ ਚੀਜ਼ ਦੀ ਲੋੜ ਹੈ, ਕਿਸੇ ਚੀਜ਼ ਦੀ, ਕੱਪੜੇ ਦੀ, ਆਰਥਿਕ ਤੌਰ ਤੇ ਕੋਈ ਵੀ, ਉਹ ਸਾਡੇ ਵਕੀਲ ਮੁਹੱਈਆ ਕਰਾ ਰਹੇ ਹਨ ਸੰਯੁਕਤ ਮੋਰਚੇ ਵੱਲੋਂ। ਔਰ ਸਰਕਾਰ ਨੂੰ ਇੱਕ ਅਪੀਲ ਕੀਤੀ ਹੈ ਕਿ ਜਿਹੜੇ ਵੱਖ-ਵੱਖ ਜੇਲ੍ਹਾਂ 'ਚ ਹੈ ਉਹ ਤਿਹਾੜ ਜੇਲ੍ਹ 'ਚ ਇਕੱਠੇ ਕਰ ਦੇਣ ਤਾਂ ਕਿ ਉਹਨਾਂ ਕਿਸਾਨਾਂ ਨੂੰ ਸਾਨੂੰ ਮਿਲਣਾ ਸੌਖਾ ਰਹੇ। ਅਸੀਂ ਤੁਹਾਡੇ ਮੀਡੀਆ ਰਾਹੀਂ ਪੰਜਾਬ, ਹਰਿਆਣਾ, ਰਾਜਸਥਾਨ ਦੇ ਉਹਨਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਹੈ, ਹੁਣ ਫੇਰ ਅਪੀਲ ਕਰਦੇ ਹਾਂ, ਜੇ ਉਹ ਕੋਈ ਕਿਸਾਨ ਪਰਿਵਾਰ ਸਾਡੇ ਤੱਕ ਸੰਪਰਕ ਨਹੀਂ ਕਰ ਸਕਿਆ, ਉਹ ਸੰਪਰਕ ਕਰੇ। ਸਾਡੇ ਉਸ ਐਜੀਟੇਸ਼ਨ ਦੇ ਦੌਰਾਨ ਮੋਰਚੇ ਸਾਥੀ ਗਏ, ਅਸੀਂ ਹਰ ਤਰ੍ਹਾਂ ਦੀ ਪੈਰਵੀ ਕਰ ਰਹੇ ਹਾਂ, ਉਹਨਾਂ ਦੇ ਕੇਸ ਲੜਦੇ ਹਾਂ, ਫ੍ਰੀ ਲੜਦੇ ਹਾਂ, ਸਾਡੀ ਜ਼ਿੰਮੇਵਾਰੀ ਬਣਦੀ ਹੈ, ਉਸ ਜ਼ਿੰਮੇਵਾਰੀ ਨੂੰ ਅਸੀਂ ਚੱਕ ਰਹੇ ਹਾਂ। ਇਸੇ ਤਰ੍ਹਾਂ ਇਸ 18 ਤਰੀਕ ਨੂੰ ਕਾਮਯਾਬ ਕਰਨ ਲਈ ਔਰ ਸੰਯੁਕਤ ਮੋਰਚੇ ਦਾ ਜੋ ਇੱਥੇ ਆਪਣਾ ਬਾਰਡਰਾਂ ਦੇ ਉੱਤੇ ਮੋਰਚਾ ਲੱਗਿਆ ਹੈ, ਇਸ ਦੀ ਗਿਣਤੀ ਨੂੰ ਲਗਾਤਾਰ ਵਧਾਉਣ ਲਈ ਜਾਂ ਪੰਜਾਬ ਦੇ ਵਿੱਚ ਕੁਝ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਸੀ, ਅਸੀਂ ਉਹਨਾਂ ਨੂੰ ਕੈਂਸਲ ਕਰਕੇ ਫੈਸਲਾ ਕੀਤਾ ਵੀ ਜੇ ਸਾਨੂੰ ਲੋੜ ਪਊਗੀ ਕਾਨਫਰੰਸਾਂ ਕਰਨ ਦੀ, ਉਹ ਸੰਯੁਕਤ ਆਪਣੇ ਇਸ ਪੰਜਾਬ ਦੀਆਂ ਜਥੇਬੰਦੀਆਂ 'ਚ ਵਿਚਾਰ ਕੇ ਅਗਲੀਆਂ ਕਾਨਫਰੰਸਾਂ ਕਰਾਂਗੇ। ਵਿਚਾਰ ਕੇ ਸਾਡਾ ਸਾਰਿਆਂ ਦਾ ਹੁਣ ਕੇਂਦਰਿਤ ਜਿਹੜਾ ਧਿਆਨ ਹੈਗਾ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ 'ਚ ਇੱਥੇ ਲੈ ਕੇ ਆਉਣਾ ਹੈ ਕਿਸਾਨਾਂ ਨੂੰ। ਔਰ ਸਰਕਾਰ ਦੇ ਜੋ ਇਸ ਤਰ੍ਹਾਂ ਦੇ ਵਿਚਾਰ ਆ ਰਹੇ ਹੈ ਕਿ ਮੋਰਚਾ ਗਿਣਤੀ ਘਟ ਰਹੀ ਹੈ ਜਾਂ ਇੱਕ ਸਟੇਟ ਦਾ ਹੈ, ਮੁੜ ਕੇ ਕਿਸਾਨ ਵੱਡੀ ਪੱਧਰ ਤੇ ਤਿਆਰ ਹੋ ਰਹੇ हैं, ਪਿੰਡਾਂ 'ਚੋਂ ਫੈਸਲੇ ਕੀਤੇ ਜਾ ਰਹੇ हैं, ਚਾਹੇ ਉਹ ਪੰਚਾਇਤਾਂ ਰਲ ਕੇ ਕਰ ਰਹੀਆਂ, ਚਾਹੇ ਨੌਜਵਾਨ ਕਲੱਬ ਕਰਦੇ हैं, ਧਾਰਮਿਕ ਸਥਾਨਾਂ ਤੋਂ ਹੋ ਰਿਹਾ ਹੈ। ਸਾਰਾ ਪਿੰਡ ਇਕੱਠਾ ਕਰਕੇ ਪਿੰਡ ਦੇ ਵਿੱਚੋਂ ਆਰਥਿਕ ਤੌਰ ਤੇ ਪੈਸੇ ਇਕੱਠੇ ਕਰਕੇ ਸਾਂਝੇ ਵਹੀਕਲਾਂ 'ਚ ਆ ਰਹੇ हैं, ਧੜੇਬੰਦੀਆਂ ਖਤਮ ਕਰ ਰਹੇ हैं ਕਿ ਸਾਡਾ ਸਾਂਝਾ ਇਹ ਕਾਰਜ ਹੈ। ਚਾਹੇ ਅਸੀਂ ਕਿਸੇ ਵਿਚਾਰ ਦੇ ਹਾਂ, ਇਕੱਠੇ ਹੋ ਕੇ ਪਿੰਡਾਂ 'ਚੋਂ ਸਾਥੀ ਆ ਰਹੇ हैं, ਅਸੀਂ ਉਹਨਾਂ ਨੂੰ ਫੇਰ ਸੱਦਾ ਦਿੰਦੇ ਹਾਂ ਕਿ ਜੋ ਕਾਨਫਰੰਸਾਂ ਨੇ ਇੱਥੋਂ ਵਿਚਾਰ ਕੇ ਕਰਨ ਦੀ ਲੋੜ ਹੈ ਉਹ ਕਰਾਂਗੇ, ਪਰ ਸਾਰਾ ਧਿਆਨ ਹੈ ਜਿਹੜਾ ਕੇਂਦਰ ਇੱਥੋਂ ਵੱਲ ਕੀਤਾ ਜਾਵੇ। ਅਗਲੀ ਗੱਲ ਹੈ ਸਾਥੀ ਬੂਟਾ ਸਿੰਘ ਜੀ ਕਰਨਗੇ। ਇੱਕ ਤਾਂ ਸਪਸ਼ਟ ਨਹੀਂ ਹੋਇਆ, ਰਹਿ ਗਈ ਥੋੜੀ ਜਿਹੀ ਗੱਲ। ਪੰਜਾਬ ਦੇ ਵਿੱਚ ਕਈ ਮਹਾਂ ਪੰਚਾਇਤਾਂ ਹੋ ਰਹੀਆਂ, ਉਹਨਾਂ ਦੇ ਐਲਾਨ ਹੋ ਚੁੱਕੇ ਆ। ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਟੋਲ ਪਲਾਜ਼ਿਆਂ ਤੇ ਮੌਲਾਂ ਦੇ ਅੱਗੇ, ਰੇਲਵੇ ਪਾਰਕਾਂ ਦੇ ਵਿੱਚ ਤੇ ਜਾਂ ਬੀਜੇਪੀ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਘਰਾਂ ਅੱਗੇ ਧਰਨੇ ਚੱਲ ਰਹੇ ਆ। ਪੰਜਾਬ ਦੇ ਵਿੱਚ ਮੋਰਚੇ ਜਿਵੇਂ ਅਸੀਂ ਛੱਡ ਕੇ ਆਏ ਸੀ ਉਵੇਂ ਚੱਲ ਰਹੇ ਆ। ਅਸੀਂ ਸਮਝਦੇ ਹਾਂ ਕਿ ਜਿਹੜੀਆਂ ਅਜਿਹੀਆਂ ਮਹਾਂ ਪੰਚਾਇਤਾਂ ਹੋ ਰਹੀਆਂ ਪੰਜਾਬ ਦੇ ਵਿੱਚ, ਉਹਨਾਂ ਦੀ ਲੋੜ ਨਹੀਂ ਹੈ। ਅਗਰ ਜੇ ਕਦੇ ਸਾਨੂੰ ਲੋੜ ਲੱਗੂਗੀ ਤਾਂ ਇੱਥੋਂ ਅਸੀਂ ਬਿਉਂਤਬੰਦੀ ਕਰਕੇ ਉਹਨਾਂ ਦਾ ਐਲਾਨ ਕਰਾਂਗੇ। ਉਹ ਮਾਝੇ 'ਚ ਕਰ ਲਈਏ, ਦੁਆਬੇ 'ਚ ਕਰ ਲਈਏ, ਮਾਲਵੇ 'ਚ ਕਰ ਲਈਏ। ਇੱਕ ਵਾਰੀ ਜਿਹੜੀਆਂ ਮਹਾਂ ਪੰਚਾਇਤਾਂ ਦਾ ਐਲਾਨ ਹੋਇਆ, ਅਸੀਂ ਅੱਜ 32 ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਰੱਦ ਕਰਦੇ ਹਾਂ ਕਿ ਉਹ ਨਹੀਂ ਹੋਣਗੀਆਂ, ਕਿਉਂਕਿ 18 ਤਰੀਕ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਿਰ ਤੇ ਖੜਾ ਹੈ, ਉਹਨੂੰ ਸਫਲ ਬਣਾਉਣਾ ਤੇ ਦਿੱਲੀ ਮੋਰਚੇ ਨੂੰ ਜਿਵੇਂ 26 ਤਰੀਕ ਤੋਂ ਪਹਿਲਾਂ ਸੀ ਉਹਨਾਂ ਲੀਹਾਂ ਤੇ ਲੈ ਕੇ ਆਉਣਾ ਹੈ। ਇਸ ਕਰਕੇ ਪਹਿਲੀ ਗੱਲ ਤਾਂ ਅਸੀਂ ਉਹ ਜਿਹੜੀਆਂ ਕਾਨਫਰੰਸਾਂ ਹੈ, ਜਿਨ੍ਹਾਂ ਵੀ ਜਥੇਬੰਦੀਆਂ ਨੇ ਰੱਖੀਆਂ ਹੈ, ਜਿਨ੍ਹਾਂ ਪੰਚਾਇਤਾਂ ਨੇ ਰੱਖੀਆਂ ਹੈ, ਉਹਨਾਂ ਨੂੰ ਅਪੀਲ ਕਰਦੇ ਹਾਂ ਅੱਜ ਦੀ ਪ੍ਰੈਸ ਕਾਨਫਰੰਸ ਰਾਹੀਂ ਕਿ ਉਹ ਜਿਹੜੀਆਂ ਮਹਾਂ ਪੰਚਾਇਤਾਂ ਰੱਖੀਆਂ ਹੋਈਆਂ ਉਹ ਨਾ ਕੀਤੀਆਂ ਜਾਣ। ਦੂਸਰੀ ਗੱਲ ਕਿ ਜੋ ਭਾਰਤ ਸਰਕਾਰ ਦੇ ਨਾਲ 23 ਤਰੀਕ ਤੋਂ ਲੈ ਕੇ ਡੈਡਲੌਕ ਗੱਲਬਾਤ ਦਾ ਆਇਆ ਹੋਇਆ, ਉਹ ਜਿਉਂ ਦੀ ਤਿਉਂ ਚੱਲ ਰਿਹਾ ਹੈ। ਅਸੀਂ ਆਪਣੇ ਮੋਰਚੇ ਨੂੰ ਕਾਮਯਾਬ ਕਰਨ ਦੇ ਲਈ ਜਿੱਥੇ ਇੱਕ ਡੈਡਲੌਕ ਆਇਆ ਹੋਇਆ ਹੈ, ਦੂਸਰੇ ਪਾਸੇ ਜਿਹੜਾ ਮੌਸਮ ਬਦਲ ਗਿਆ, ਉਹ ਮੌਸਮ ਬਦਲਣ ਦੇ ਨਾਲ ਅਸੀਂ ਨਵੇਂ ਸਿਰੇ ਤੋਂ ਤਿਆਰੀਆਂ ਕਰ ਰਹੇ ਹਾਂ ਕਿ ਜਿਹੜੀਆਂ ਸਿਆਲ ਵਾਲੀਆਂ ਸਰਗਰਮੀਆਂ ਸੀ ਉਹਨਾਂ ਨੂੰ ਛੱਡ ਕੇ ਸਾਰੇ ਮਤਲਬ ਜਿੱਥੇ ਵੀ ਸਾਡੇ ਲੰਗਰ ਲੱਗੇ ਹੋਏ ਆ, ਜਿੱਥੇ ਤੱਕ ਬਾਰਡਰਾਂ ਤੇ ਹੀ ਬੈਠੇ ਆ, ਉੱਥੇ ਬਿਜਲੀ ਪਾਣੀ ਦਾ ਪ੍ਰਬੰਧ, ਪਾਣੀ ਦੀਆਂ ਮੋਟਰਾਂ ਲਗਾਉਣ ਦਾ ਇੰਤਜ਼ਾਮ ਕੀਤਾ, ਅਸੀਂ ਪੱਖੇ ਲਗਾਉਣ ਦਾ ਇੰਤਜ਼ਾਮ ਕੀਤਾ ਹੈ, ਕੂਲਰ ਲਗਾਉਣ ਦਾ ਇੰਤਜ਼ਾਮ ਕੀਤਾ ਹੈ ਤਾਂ ਕਿ ਮਕਸਦ ਦੇ ਵਿੱਚ ਟਰਾਲੀਆਂ ਦੇ ਵਿੱਚੋਂ ਸਾਨੂੰ ਹੁਣ ਬਾਹਰ ਆਉਣਾ ਪੈਣਾ। ਅਸੀਂ ਤੰਬੂਆਂ ਦਾ ਇੰਤਜ਼ਾਮ ਕਰ ਰਹੇ ਹਾਂ। ਲੰਬੇ ਜੇਰੇ ਦੇ ਨਾਲ ਲੰਬੀ ਲੜਾਈ ਖਾਸ ਕਰਕੇ ਧਿਆਨ 'ਚ ਰੱਖ ਕੇ, ਜਿਹੜਾ ਮੂਹਰੇ ਹਾੜੀ ਦਾ ਸੀਜ਼ਨ ਆ ਰਿਹਾ ਉਹਨੂੰ ਵੀ ਧਿਆਨ ਦੇ ਵਿੱਚ ਰੱਖ ਕੇ ਪੂਰੀ ਅਸੀਂ ਜਿਹੜੀ ਬਿਉਂਤਬੰਦੀ ਹੈ ਉਹਦੀ ਬਣਾ ਚੁੱਕੇ ਹਾਂ। ਇਹ ਜਿਹੜਾ ਮੋਰਚਾ ਹੈ ਇਹ ਲੰਬਾ ਸਮਾਂ ਚੱਲਣ ਦੇ ਲਈ ਉਹਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ। ਇਹ ਜਿਹੜਾ ਗਮਰਾਹਕੁਨ ਪ੍ਰਚਾਰ ਹੈ ਕਿ ਮੋਰਚਾ ਪਿੱਛੇ ਹਟ ਰਿਹਾ ਹੈ ਜਾਂ ਇਹਦੇ ਵਿੱਚ ਗਿਣਤੀ ਘਟ ਰਹੀ ਹੈ,
ਜਿਸ ਦਿਨ ਅਸੀਂ 26 ਤਰੀਕ ਨੂੰ ਜਿੰਨੀਆਂ ਟਰਾਲੀਆਂ ਟਰੈਕਟਰ ਲੈ ਕੇ ਆਏ ਸੀ ਉਨੀਆਂ ਹੀ ਟਰੈਕਟਰ ਟਰਾਲੀਆਂ ਸਾਡੀ ਗਿਣਤੀ ਦੇ ਵਿੱਚ ਅਸੀਂ ਕਰ ਚੁੱਕੇ ਹਾਂ, ਉਨੀਆਂ ਹੀ ਖੜੀਆਂ। ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਮੀਟਿੰਗਾਂ ਕਰਵਾ ਕੇ ਜਿਹੜੀ ਅਗਲੀ ਲੰਬੀ ਬਿਆਨਤਬੰਦੀ ਹੈ ਉਹਦੀ ਤਿਆਰੀ ਕਰਵਾ ਰਹੇ। ਸਾਥੀ ਬਲਦੇਵ ਸਿੰਘ ਨਿਹਾਲਗੜ੍ਹ ਅਗਲੀ ਗੱਲ ਕਰਨਗੇ। ਮੇਰੇ ਬਹੁਤ ਹੀ ਸਤਿਕਾਰਯੋਗ ਮੀਡੀਆ ਵਾਲੇ ਸਾਥੀਓ, ਥੋੜਾ ਉੱਚੀ। ਸਾਡੇ ਜਿਹੜਾ ਪ੍ਰੋਗਰਾਮ ਮੇਰੇ ਤੋਂ ਪਹਿਲਾਂ ਸਾਥੀਆਂ ਨੇ ਦੱਸਿਆ ਹੈ, ਸਾਡੀ ਸਭ ਤੋਂ ਵੱਡੀ ਪਹਿਲ ਅੱਜ 18 ਤਰੀਕ ਦਾ ਜਿਹੜਾ ਰੇਲ ਰੋਕੋ ਪ੍ਰੋਗਰਾਮ ਹੈ ਉਹਨੂੰ ਸਫਲ ਕਰਨ ਦੀ ਹੈ। ਔਰ ਉਹਦੇ ਵਿੱਚ ਅਸੀਂ ਨੇ ਜੋ ਅੱਜ ਦੀ ਮੀਟਿੰਗ ਵਿੱਚ ਮਹਿਸੂਸ ਕੀਤਾ ਹੈ, ਪੰਜਾਬ ਹਰਿਆਣੇ ਤੋਂ ਤਾਂ ਸਾਡਾ ਕੋਈ ਐਡੀ ਵੱਡੀ ਪ੍ਰੋਬਲਮ ਹੈ ਨਹੀਂ। ਇਹਦੇ ਬਾਰੇ 'ਚ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਜਿਵੇਂ ਬੱਸਾਂ ਦਾ ਚੱਕਾ ਜਾਮ ਕੀਤਾ, ਰੋਡ ਜਾਮ ਕੀਤੇ ਸੀਗੇ, ਉਦੋਂ ਵੀ ਤਕੜਾ ਜਿਹੜਾ ਹੁਣ ਦੇਖਣ ਨੂੰ ਮੈਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਦੱਖਣ ਦੇ 5-6 ਸੂਬਿਆਂ ਦੇ ਵਿੱਚ ਜਿਹੜਾ ਉੱਤਰੀ ਰੀਜਨ ਹੈ ਸਾਡਾ ਹਿੰਦੀ ਰੀਜਨ, ਇਹਦੇ ਵਿੱਚ ਅਸੀਂ ਵੱਡੀ ਸਫਲਤਾ ਇਹਨਾਂ ਦਿਨਾਂ 'ਚ ਪ੍ਰਾਪਤ ਕਰ ਰਹੇ ਹਾਂ। ਔਰ ਬੰਗਾਲ ਦੀ ਖਾੜੀ ਤੱਕ ਅਸੀਂ ਮਤਲਬ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਸਫਲ ਹੋਣਾ ਹੈ, ਇਹਦੇ 'ਚ ਕੋਈ ਦੌਰ ਆਇਆ ਨਹੀਂ ਹੈਗਾ। ਔਰ ਇਹ ਸਰਕਾਰ ਨੂੰ ਅਸੀਂ ਦੱਸ ਦੇਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਡੈਡਲਾਕ ਹੁਣ ਸਰਕਾਰ ਦਾ ਪਿਛਲੇ ਲੰਮੇ 22 ਤਰੀਕ ਤੋਂ ਪਿਛਲੀ ਤੋਂ ਚੱਲਿਆ ਆ ਰਿਹਾ, ਇਹ ਜ਼ਰੂਰ ਤੋੜੂਗਾ, ਸਰਕਾਰ ਦੀ ਮਜਬੂਰੀ ਬਣ ਜੂਗੀ। ਔਰ ਇਹਦੇ ਸਬੰਧ ਦੇ ਵਿੱਚ ਸਾਡੀ ਅਗਲੀ ਰਣਨੀਤੀ ਇਹ ਹੈ ਕਿ ਜਿਹੜਾ ਅਸੀਂ 3 ਮਹੀਨਿਆਂ ਦਾ ਪ੍ਰੋਗਰਾਮ 26 ਜਿਹੜਾ ਫਰਵਰੀ ਨੂੰ ਪੂਰਾ ਹੋਣ ਜਾ ਰਹੇ ਨੇ 3 ਮਹੀਨੇ, ਉਹ 'ਤੇ ਸਪੈਸ਼ਲ ਪ੍ਰੋਗਰਾਮ ਵੀ ਕਰਾਂਗੇ ਔਰ ਹੋਕਾ ਵੀ ਦੇਵਾਂਗੇ ਸਾਰੇ ਦੇਸ਼ ਵਾਸੀਆਂ ਨੂੰ ਕਿ ਆਪਣੇ ਜਿਹੜੇ ਮੋਰਚੇ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਮੱਲੋ ਬਿਜਲੀ ਪਾਣੀ ਦੀਆਂ ਸਹੂਲਤਾਂ ਦਾ ਪ੍ਰਬੰਧ ਮੌਸਮ ਦੇ ਬਦਲ ਨਾਲ ਜਿਹੜਾ ਸਾਰਾ ਕੁਝ ਅਸੀਂ ਵੱਡੀ ਪੱਧਰ ਤੇ ਕਰਨ ਜਾ ਰਹੇ ਹਾਂ। ਔਰ ਉਹਦੇ ਵਿੱਚ ਜਿਹੜਾ ਹੈਗਾ ਅੱਜ ਦੀ ਜਿਹੜੀ ਸਥਿਤੀ ਹੈ, ਕਿਉਂਕਿ ਲੱਗਦਾ ਹੈ ਸਾਥੀ ਕੁਝ ਆਉਂਦੇ ਵੀ ਨੇ ਕੁਝ ਜਾਂਦੇ ਨੇ, ਉਹ ਜਿਹੜੇ ਕਈ ਵਾਰੀ ਸਾਡਾ ਜਿਹੜਾ ਤੁਸੀਂ ਤਾਂ ਸਾਰੇ ਕਰਦੇ ਹੋ, ਸਾਡਾ ਜਿਹੜਾ ਵਿਰੋਧੀ ਮੀਡੀਆ ਉਹ ਪ੍ਰਚਾਰ ਕਰਦਾ ਵੀ ਸਾਥੀ ਜਾ ਰਹੇ ਨੇ, ਜਾਂਦਿਆਂ ਨੂੰ ਦਿਖਾਉਂਦਾ ਹੈ ਜਿਹੜਾ ਰੇਲਾਂ ਤੇ ਬਹਾਦਰਗੜ੍ਹ ਦੇ ਸਟੇਸ਼ਨ ਤੇ ਨਰੇਲਾ ਦੇ ਸਟੇਸ਼ਨ ਤੇ ਜਾਂ ਬੱਸਾਂ ਰਾਹੀਂ ਆਪਣੇ ਸਾਧਨਾਂ ਰਾਹੀਂ ਲੋਕ ਇੱਥੇ ਪਹੁੰਚ ਰਹੇ ਨੇ, ਉਹਦੀ ਕੋਈ ਗੱਲ ਨਹੀਂ ਹੋ ਰਹੀ। ਇਸ ਕਰਕੇ ਕੋਈ ਇਹਦੇ 'ਚ ਕਮੀ ਨਹੀਂ ਆ ਰਹੀ, ਇਹ ਜ਼ਰੂਰ ਹੋਏਗਾ। ਔਰ ਅਸੀਂ ਜਿਹੜੇ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ, ਕਿਉਂਕਿ ਅੱਜ ਦੀ ਜਿਹੜੀ ਮੀਟਿੰਗ ਹੈ 32 ਕਿਸਾਨ ਜਥੇਬੰਦੀਆਂ ਦੀ ਹੈ, ਪੰਜਾਬ ਦੇ ਵਿੱਚ ਅਸੀਂ ਸਾਰੇ ਸਾਡੇ ਹਿਤੈਸ਼ੀਆਂ ਨੂੰ, ਕਿਸਾਨ ਵੀਰਾਂ ਨੂੰ, ਹੋਰ ਜੋ ਵੀ ਲੋਕ ਸਾਡੇ ਸਾਰੇ ਸਮਰਥਨ ਤੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਵੀ ਪ੍ਰੋਗਰਾਮ ਰੱਖਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਡਾ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਰੱਖਿਆ ਜਾਵੇ, ਇੱਥੇ ਪਾਸ ਕੀਤਾ ਜਾਊਗਾ। ਔਰ ਉਹਦੀ ਜਦੋਂ ਲੋੜ ਸਮਝੀ ਜਾਊਗੀ ਉਦੋਂ ਹੀ ਕੀਤਾ ਜਾਊ। ਕਰੀ ਮਹੱਤਵਪੂਰਨ ਪ੍ਰੋਗਰਾਮ ਜਿਹੜੇ ਸਾਡੇ ਦੇਸ਼ ਪੱਧਰ ਦੇ ਨੇ ਉਹਨਾਂ ਦੇ ਵਿੱਚ ਤਾਂ ਕਿ ਖਲਲ ਨਾ ਪਵੇ। ਸੋ ਇਹ ਬਹੁਤ ਸਾਨੂੰ ਪੂਰੀ ਆਸ ਹੈ ਕਿ ਜਿਹੜਾ 18 ਦਾ ਪ੍ਰੋਗਰਾਮ ਵੀ ਸਫਲ ਹੋਊਗਾ ਔਰ ਆਉਣ ਵਾਲੇ ਦਿਨਾਂ ਵਿੱਚ ਬੜੀ ਪੱਧਰ ਤੇ ਲੋਕ ਦੁਬਾਰਾ ਇਸ ਮੋਰਚਿਆਂ ਦੇ ਵਿੱਚ ਸ਼ਾਮਲ। ਭੈਣ ਜੀ ਬੀਬੀ ਰਮਿੰਦਰ ਕੌਰ। ਸਤਿਕਾਰਯੋਗ ਮੀਡੀਆ, ਸਭ ਨੂੰ ਸਤਿ ਸ਼੍ਰੀ ਅਕਾਲ। ਸਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮ 27 ਤਰੀਕ ਨੂੰ ਗੁਰੂ ਰਵਿਦਾਸ ਜੀ ਦੀ ਜਯੰਤੀ ਹੈ। ਗੁਰੂ ਰਵਿਦਾਸ ਜਯੰਤੀ ਹੈ ਜਿਹੜੀ ਅਸੀਂ ਇੱਥੇ ਬਹੁਤ ਵਧੀਆ ਸ਼ਰਧਾ ਨਾਲ ਭਰਪੂਰ ਸਾਰੇ ਸਾਥ ਦੇ ਕੇ ਮਨਾਵਾਂਗੇ। ਸਾਰਾ ਇਕਜੁੱਟ ਹੈ। ਇਹ ਸਾਰੇ ਹੀ ਜਿਹੜੇ ਆਪਣਾ ਗਾਜੀਪੁਰ ਹੈਗਾ, ਪਲਵਾਲਾ, ਸਾਰੇ ਬਾਰਡਰਾਂ ਤੇ ਮਨਾਈ ਜਾਊਗੀ। ਇੱਕ ਹੋਰ ਕਹਿਣਾ ਚਾਹੁੰਦੇ ਆ, ਜਿਹੜਾ ਸਾਡੇ ਆਪਣਾ ਨੋਟਿਸ ਆ ਰਹੇ ਆ ਪਿੰਡਾਂ ਦੇ ਵਿੱਚ, ਪਿੱਛੇ ਪੰਜਾਬ ਦੇ ਵਿੱਚ ਜਾਂ ਹੋਰ ਕਿਤੇ ਵੀ ਜਗ੍ਹਾ ਮੁੰਡਿਆਂ ਨੂੰ ਸਿੱਧੇ ਆ ਰਹੇ ਆ, ਉਹਨਾਂ ਤੱਕ ਅਸੀਂ ਇੱਥੋਂ ਆਵਾਜ਼ ਪਹੁੰਚਾਉਣਾ ਚਾਹੁੰਦੇ ਆ। ਕੋਈ ਵੀ ਜਾ ਕੇ ਸਿੱਧਾ ਪੁਲਿਸ ਸਟੇਸ਼ਨ ਨਾ ਪਹੁੰਚੇ, ਉਸ ਤੋਂ ਪਹਿਲਾਂ ਇੱਥੇ ਕਿਸੇ ਵੀ ਜਥੇਬੰਦੀ ਨਾਲ ਜਾਂ ਕਿਸੇ ਵੀ ਵਕੀਲ ਨਾਲ ਮਤਲਬ ਗੱਲਬਾਤ ਕੀਤੀ ਜਾਵੇ। ਉਹ ਅਸੀਂ ਬੇਨਤੀ ਕਰਦੇ ਆ ਵੀ ਉਹ ਕੱਲ ਨੂੰ ਕੋਈ ਐਵੇਂ ਕਿਸ ਤਰ੍ਹਾਂ ਦੀ ਘਟਨਾ ਵੀ ਹੋ ਸਕਦੀ, ਸਾਡੇ ਨੋਟਿਸ 'ਚ ਲਿਆਂਦਾ ਜਾਵੇ। ਰਜਿੰਦਰ ਸਿੰਘ ਜੀ, ਦੀਪ ਸਿੰਘ ਵਾਲਾ। ਸਤਿਕਾਰਯੋਗ ਦੋਸਤੋ, ਜਿਹੜਾ ਇੱਕ ਇੰਪ੍ਰੈਸ਼ਨ ਬਣ ਰਿਹਾ ਸੀਗਾ ਕਿ ਵੀ ਜਿਹੜੀਆਂ ਪੰਜਾਬ ਦੇ ਵਿੱਚ ਮਹਾਂ ਪੰਚਾਇਤਾਂ ਹੋ ਰਹੀਆਂ, ਕੀ ਘੋਲ ਦਿੱਲੀ ਤੋਂ ਪੰਜਾਬ ਵਾਪਸ ਲਿਜਾਇਆ ਜਾ ਰਿਹਾ, ਅਸੀਂ ਉਹ ਇੰਪ੍ਰੈਸ਼ਨ ਨੂੰ ਦੂਰ ਕਰਨ ਵਾਸਤੇ ਆ ਜਿਹੜੀ ਫੌਰੀ ਮੀਟਿੰਗ ਕੀਤੀ ਹੈਗੀ ਆ ਕਿ ਇੱਕ ਲੰਮਾ ਜਦੋਜਹਿਦ ਕਰਕੇ ਇੱਕ ਲੰਮੀ ਕੰਪੇਨ ਚਲਾ ਕੇ ਤੇ ਬਹੁਤ ਸਾਰੇ ਐਕਸ਼ਨ ਦੇ ਕੇ ਅਸੀਂ ਘੋਲ ਨੂੰ ਦਿੱਲੀ ਲੈ ਕੇ ਆਏ ਆ। ਸਿੰਘੂ ਤੇ ਟਿੱਕਰੀ ਦੇ ਜਿਹੜੇ ਮੋਰਚੇ ਆ ਜਦੋਂ ਇਹ ਲੱਗੇ ਆ, ਉਸ ਤੋਂ ਬਾਅਦ ਇਸ ਘੋਲ ਦੀ ਚਰਚਾ ਪੂਰੀ ਦੁਨੀਆ 'ਚ ਹੋਈ ਆ। ਦੁਨੀਆ ਪੱਧਰ ਦਾ ਘੋਲ ਤੇ ਦੇਸ਼ ਪੱਧਰ ਦਾ ਘੋਲ ਇਹ ਬਣਿਆ। ਜਿਹੜੇ ਸੂਬਿਆਂ ਦੇ ਵਿੱਚ ਲੇਟ ਸਰਗਰਮੀ ਸ਼ੁਰੂ ਹੋਈ ਆ, ਉੱਥੇ ਜੇ ਕੋਈ ਸਰਗਰਮੀ ਕਰਦਾ ਤੇ ਉਹਨਾਂ ਸੂਬਿਆਂ ਦੀਆਂ ਜਥੇਬੰਦੀਆਂ ਦਾ ਮਾਮਲਾ, ਪਰ ਪੰਜਾਬ ਦੇ ਵਿੱਚ ਕੋਈ ਚੇਤਨ ਕਰਨ ਦੀ ਲੋੜ ਆ ਲੋਕਾਂ ਨੂੰ, ਜਾਂ ਮਤਲਬ ਇਹ ਲੋਕ ਚੇਤਨ ਹੋ ਚੁੱਕੇ ਆ, ਲਗਾਤਾਰ ਮੋਰਚੇ ਚੱਲ ਰਹੇ ਹੈਗੇ ਆ। ਤੇ ਕੋਈ ਇਹ ਕਹੇ ਵੀ ਮੈਂ ਤਾਂ ਫਰੀਦਕੋਟ ਸੀਗੀ ਕਾਨਫਰੰਸ, ਫਿਰੋਜ਼ਪੁਰ ਸੀ ਕਾਨਫਰੰਸ, ਇੱਥੇ ਹਾਜ਼ਰੀ ਲਵਾ ਲਈ ਆ ਵੀ ਚੱਲ ਦਿੱਲੀ ਤੋਂ ਸਰ ਜੂਗਾ। ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਇੰਪ੍ਰੈਸ਼ਨ ਬਣੇ। ਇਸ ਕਰਕੇ ਮੁੱਖ ਕੇਂਦਰ ਜਿਹੜਾ ਘੋਲ ਦਾ ਉਹ ਸਾਡੇ ਇਹ ਜਿਹੜੇ ਮੋਰਚੇ ਆ, ਇਸ ਕਰਕੇ ਉਹ ਜਿਹੜੀਆਂ ਮਹਾਂ ਪੰਚਾਇਤਾਂ ਨਾਮ ਤੇ ਹੋ ਰਿਹਾ ਸੀਗਾ ਉਹਨੂੰ ਅਸੀਂ ਰੱਦ ਕਰਦੇ ਆ। ਜੇ ਲੋੜ ਹੋਈ ਤਾਂ ਪੰਜਾਬ ਦੀਆਂ ਜਥੇਬੰਦੀਆਂ ਮੀਟਿੰਗ ਕਰਕੇ ਕਰਨਗੀਆਂ। ਲੋਕਾਂ ਨੂੰ ਇਹੀ ਬੇਨਤੀ ਆ ਕਿ ਸਾਡਾ
ਜਿਹੜੇ ਮੁੱਖ ਮੋਰਚੇ ਹੈਗੇ ਇੱਥੇ ਵੱਡੀ ਗਿਣਤੀ 'ਚ ਪਹੁੰਚੋ। ਸਰਦਾਰ ਬੂਟਾ ਸਿੰਘ ਜੀ ਨੇ ਜਿਹੜੀ ਗੱਲ ਕਹੀ ਹੈ ਕਿ ਹੁਣ ਆਪਾਂ ਪੱਖਿਆਂ ਦਾ ਜਨਰੇਟਰਾਂ ਦਾ ਪਾਣੀ ਦਾ ਇਹ ਸਾਰੀਆਂ ਦਾ ਅਸੀਂ ਪ੍ਰਬੰਧ ਕਰਨ ਵਾਲੇ ਪਾਸੇ ਲੱਗ ਗਏ ਆ। ਇਸ ਪਾਸੇ ਜੁੜ ਜੀਏ। ਲੜਾਈ ਜਿਹੜੀ ਹੈਗੀ ਆ ਲੰਬੀ ਆ ਤੇ ਕੇਂਦਰ ਲੜਾਈ ਦੇ ਸਾਡੇ ਸਿੰਘੂ ਟਿੱਕਰੀ ਗਾਜੀਪੁਰ ਇਹ ਰਹਿਣੇ ਚਾਹੀਦੇ ਤੇ ਵੱਡੀ ਗਿਣਤੀ 'ਚ ਮੋਰਚੇ ਮਜ਼ਬੂਤ ਕਰੋ। ਭੋਗ ਸਿੰਘ ਜੀ ਮਾਨਸਾ ਅਗਲੀ ਗੱਲ ਕਰੋ। ਸਤਿਕਾਰਯੋਗ ਸਾਥੀਓ, ਵਾਰੀ ਖਾਲਸਾ ਵਾਰੀ ਜੀ ਫਤਿਹ। ਜਵਾਬ ਤਾਂ ਦਿੰਦੇ ਨੇ ਫਿਰ ਹੌਸਲਾ ਕੀ ਵਧੇ ਸਾਡਾ ਬਈ। ਸੋ ਸਾਥੀਓ, ਜਿਹੜਾ ਸਰਕਾਰ ਭਰਮ ਭੁਲੇਖਾ ਪਾਲ ਰਹੀ ਹੈ ਕਿ ਮੌਸਮ ਬਦਲ ਗਿਆ, ਮੌਸਮ ਬਦਲਣ ਦੇ ਨਾਲ ਜਿਹੜੀਆਂ ਤਬਦੀਲੀਆਂ ਆਉਣਗੀਆਂ ਸ਼ਾਇਦ ਉਹਨਾਂ ਦਾ ਲਾਹਾ ਲੈ ਸਕੇਗੀ ਸਰਕਾਰ, ਪਰ ਉਹ ਬਿਲਕੁਲ ਨਹੀਂ ਕਰਨ ਦੇਵਾਂਗੇ ਕਿਉਂਕਿ ਅਸੀਂ ਪੂਰੀ ਤਿਆਰੀ ਕਰ ਰਹੇ ਹਾਂ ਜਿਵੇਂ ਜਿਵੇਂ ਮੌਸਮ ਬਦਲ ਰਿਹਾ ਹੈ। ਔਰ ਦੂਸਰੀ ਗੱਲ ਜਿਹੜੀ ਮੈਂ ਸਮਝਦਾ ਕਿ ਸਰਕਾਰ ਨੂੰ ਇਹ ਵੀ ਭੁਲੇਖਾ ਹੋਵੇਗਾ ਕਿ ਅੱਗੇ ਕਣਕ ਦਾ ਸੀਜ਼ਨ ਆ ਗਿਆ, ਸ਼ਾਇਦ ਜਿਹੜਾ ਕਿਸਾਨ ਹੈ ਕਣਕ ਦੇ ਰੁਝਾਨ ਦੇ ਵਿੱਚ ਚਲੇ ਜਾਣਗੇ। ਇਸ ਸੰਬੰਧ ਦੇ ਵਿੱਚ ਅਸੀਂ ਤਿਆਰੀਆਂ ਕੀਤੀਆਂ ਹੋਈਆਂ ਨੇ। ਟਰੈਕਟਰਾਂ ਟਰਾਲੀਆਂ ਵਾਲੇ ਸਾਥੀਆਂ ਨਾਲ ਮੀਟਿੰਗਾਂ ਕੀਤੀਆਂ ਨੇ। ਉਹਨਾਂ ਨੂੰ ਪਿੰਡਾਂ ਵਾਲਿਆਂ ਨੂੰ ਬੇਨਤੀ ਕੀਤੀ ਹੈ ਕਿ ਜਿਹੜੇ ਟਰੈਕਟਰ ਟਰਾਲੀਆਂ ਇੱਥੇ ਖੜੀਆਂ ਨੇ ਉਹਨਾਂ ਨੂੰ ਘਾਟ ਨਾ ਪੂਰੀ ਹੋਣ ਦਿੱਤੀ ਜਾਵੇ। ਉਹ ਜਿਸ ਤਰ੍ਹਾਂ ਉਹਨਾਂ ਨੂੰ ਲੋੜ ਪਵੇ ਉਹ ਜਿਹੜੇ ਪਿੰਡਾਂ ਦੇ ਵਿੱਚ ਟਰੈਕਟਰ ਟਰਾਲੀਆਂ ਉਹਨਾਂ ਦੇ ਨਾਲ ਆਪਣਾ ਜਿਹੜਾ ਹੈਗਾ ਉਹਨਾਂ ਦਾ ਕਾਰਜ ਕਰਨਗੇ। ਪੂਰਾ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਆਉਣ ਦੇਵਾਂਗੇ। ਜਿਹੜਾ ਸਰਕਾਰ ਨੂੰ ਇਸ ਗੱਲ ਦਾ ਭੁਲੇਖਾ ਹੈ ਕਿ ਸ਼ਾਇਦ ਇੱਥੋਂ ਟਰੈਕਟਰ ਟਰਾਲੀਆਂ ਚਲੇ ਜਾਣਗੀਆਂ, ਬਿਲਕੁਲ ਨਹੀਂ ਜਾਣਗੀਆਂ, ਵੱਧ ਸਕਦੀਆਂ, ਘਟਣ ਦੀ ਉਮੀਦ ਨਹੀਂ ਹੈਗੀ। ਉਸ ਤੋਂ ਅਗਲੀ ਗੱਲ ਜਿਹੜਾ ਸਾਨੂੰ ਮੈਸੇਜ ਆ ਰਹੇ ਨੇ ਕਿ ਨੌਜਵਾਨਾਂ ਨੇ ਇਸ ਸੀਜ਼ਨ ਦੇ ਵਿੱਚ ਲੱਗਣਾ ਹੈ ਔਰ ਖਾਸ ਕਰਕੇ ਸਾਡੀਆਂ ਬੀਬੀਆਂ ਦਾ ਜਿਹੜਾ ਸਾਨੂੰ ਮੈਸੇਜ ਆਏ ਨੇ ਕਿ ਨੌਜਵਾਨ ਘਰ ਸਾਂਭਣਗੇ, ਆਪਣੇ ਫਸਲ ਸਾਂਭਣਗੇ, ਅਸੀਂ ਜਿਹੜੇ ਬੁੱਢੇ ਬੁੱਢੀਆਂ ਉਹ ਆ ਕੇ ਇਸ ਮੋਰਚੇ ਨੂੰ ਸਾਂਭਾਂਗੇ। ਸੋ ਸਾਡੇ ਹੌਸਲੇ ਬਰਕਰਾਰ ਨੇ, ਬੁਲੰਦ ਨੇ ਤੇ ਸਾਰਾ ਜਿਹੜਾ ਦੇਸ਼ ਹੈ ਉਹ ਸਾਡੇ ਨਾਲ ਖੜਾ ਹੈ। ਉਹ ਨਰ ਨਾਰੀ ਬਾਲ ਬੱਚਾ ਸਭ ਸਾਡੇ ਨਾਲ ਖੜਾ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਪ੍ਰੈਸ ਵੀ ਸਾਡੇ ਨਾਲ ਖੜੀ ਆ ਵੱਡੀ ਗਿਣਤੀ ਤੇ, ਸਾਨੂੰ ਲਾਂਭੇ ਵੀ ਦਿੰਦੇ ਆ ਕਿ ਸਾਨੂੰ ਆਉਣ ਨਹੀਂ ਦਿੱਤਾ ਜਾਂਦਾ ਜਾਂ ਕੋਈ ਦਿੱਕਤ ਆਉਂਦੀ ਹੈ ਤਾਂ ਮਤਲਬ ਜਿਹੜਾ ਹੈਗਾ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਜਦੋਂ ਕੋਈ ਅੰਦੋਲਨ ਚੱਲਦਾ ਹੈ, ਘੋਲ ਚੱਲਦਾ ਹੈ, ਜੰਗ ਚੱਲਦੀ ਹੈ ਤਾਂ ਉਹਦੇ ਵਿੱਚ ਜ਼ਰੂਰ ਦਿੱਕਤਾਂ ਜ਼ਰੂਰ ਆਉਂਦੀਆਂ ਨੇ, ਪਰ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਉਹਨਾਂ ਦਿੱਕਤਾਂ ਨੂੰ ਰਲ ਮਿਲ ਕੇ ਦੂਰ ਕਰੀਏ ਕਿਉਂਕਿ ਸਾਡੇ ਦੇਸ਼ ਦੇ ਸਾਡੇ ਲੋਕਾਂ ਦਾ ਸਾਂਝਾ ਘੋਲ ਹੈ, ਇਹ ਦੁਨੀਆ ਪੱਧਰ ਦੇ ਲੋਕਾਂ ਦਾ ਘੋਲ ਹੈ। ਜੇ ਅਸੀਂ ਕਹਿ ਦਈਏ ਇਕੱਲੇ ਕਿਸਾਨਾਂ ਦਾ ਘੋਲ ਨਹੀਂ, ਤੁਹਾਡਾ ਵੀ ਬਹੁਤ ਵੱਡਾ ਰੋਲ ਹੈ ਤੇ ਤੁਹਾਨੂੰ ਆਪਣੇ ਰੋਲ ਨੂੰ ਵੀ ਜਿਹੜਾ ਤੁਸੀਂ ਨਿਭਾ ਰਹੇ ਹੋ ਹੋਰ ਸਿੱਧਤ ਨਾਲ ਨਿਭਾਉਣਾ ਚਾਹੀਦਾ ਹੈ। ਸਰਕਾਰ ਦੇ ਜਿਹੜਾ ਜ਼ਬਰ ਦਾ ਜਵਾਬ ਅਸੀਂ ਸਬਰ ਨਾਲ ਦੇਵਾਂਗੇ ਔਰ ਸ਼ਾਂਤੀ ਨਾਲ ਦੇਵਾਂਗੇ। ਜਿੰਨਾ ਚਿਰ ਸਾਨੂੰ ਇਹ ਘੋਲ ਲੜਨਾ ਪਿਆ ਸੀ ਲੜਾਂਗੇ। ਅਸੀਂ ਇਤਿਹਾਸ ਤੋਂ ਸਿੱਖਿਆ ਕਿ ਕਦੇ ਸਰਕਾਰਾਂ ਨੇ ਲੋਕਾਂ ਨੂੰ ਘੇਰੇ ਪਾਏ ਨੇ, ਪਰ ਅੱਜ ਸਰਕਾਰ ਨੂੰ ਲੋਕਾਂ ਨੇ ਘੇਰਾ ਪਾਇਆ ਹੈ। ਅੱਜ ਅਸੀਂ ਇੱਕ ਵਿਲੱਖਣ ਜਿਹੜਾ ਇਤਿਹਾਸ ਰਚਣ ਜਾ ਰਹੇ ਹਾਂ ਔਰ ਤੁਹਾਨੂੰ ਵੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਇਹਦੇ ਵਿੱਚ ਵੱਧ ਤੋਂ ਵੱਧ ਜਿਹੜਾ ਤੁਹਾਡਾ ਯੋਗਦਾਨ ਪਾ ਰਹੇ ਹੋ ਔਰ ਹੋਰ ਅੱਗੇ ਆਸ ਕਰਾਂਗੇ ਪਾਉਂਗੇ। ਧੰਨਵਾਦ। ਡਾਕਟਰ ਸਤਰਾਮ ਸਿੰਘ ਅਜਨਾਲਾ ਜੀ। ਮੈਂ ਜੀ 32 ਕਿਸਾਨ ਜਥੇਬੰਦੀਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤੇ ਖੁਸ਼ੀਆਂ ਸਾਂਝੀਆਂ ਕਰਦੇ ਹਾਂ, ਵਧਾਈ ਵੀ ਦਿੰਦੇ ਹਾਂ ਕਿ ਜਿਸ ਤਰ੍ਹਾਂ ਕਿਸਾਨ ਟਰੈਕਟਰ ਦੇ ਵਿੱਚ ਖਾਣਾ ਖਾਂਦਾ ਬਹਿੰਦਾ ਉੱਠਦਾ ਵਾ, ਸਾਡੇ ਘਰ ਬਣੇ ਆ, ਤੁਹਾਡਾ ਵੀ ਅੱਜ ਘਰ ਬਣ ਗਿਆ। ਪ੍ਰੈਸ ਕਲੱਬ 'ਚ ਅਸੀਂ ਪਹਿਲੀ ਮੀਟਿੰਗ, ਸੋ ਇਸ ਕਰਕੇ ਸਾਰਿਆਂ ਨੂੰ ਸਾਡੀ ਖੁਸ਼ੀਆਂ ਸਾਂਝੀਆਂ ਕੀਤੀਆਂ। ਬਾਕੀ ਮੈਂ ਕਹਿਣਾ ਚਾਹੁੰਦਾ ਵੀ ਅੱਜ ਅਸੀਂ ਹਰ ਛੋਟੂ ਰਾਮ ਦੀ ਜਿਹੜਾ ਉਹ ਮਨਾ ਰਹੇ ਸੀ, ਦਿਨ ਮਨਾ ਰਹੇ ਸੀ, ਉਹਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ। ਹਰ ਛੋਟੂ ਰਾਮ ਨੇ ਆਪਣੇ ਜ਼ਮਾਨੇ ਦੇ ਵਿੱਚ 4-5 ਕੰਮ ਇਹੋ ਜਿਹੇ ਕੀਤੇ ਜਿਹੜੇ ਸਾਨੂੰ ਅੱਜ ਉਹਨਾਂ ਦੀ ਯਾਦ ਵਿੱਚ ਅਸੀਂ ਕਰਕੇ ਵੀ ਆਏ ਹਾਂ। ਪਹਿਲਾ ਉਹ ਸ਼ਾਹੂਕਾਰਾਂ ਕੋਲ ਕਿਸਾਨਾਂ ਨੂੰ ਕਰਜ਼ੇ ਦੀ ਨਿਜਾਤ ਦਿਵਾਉਣ ਲਈ ਅਤੇ ਸਰਕਾਰ ਦੀਆਂ ਜਿੰਨੀਆਂ ਜ਼ਿਆਦਤੀਆਂ ਅੱਜ ਵੀ ਸਾਡੇ ਨਾਲ ਹੋਣੀਆਂ ਉਹਨਾਂ ਤੋਂ ਨਿਜਾਤ ਪਾਉਣ ਲਈ ਉਹਨਾਂ ਨੇ ਆਇਤ ਕੀਤਾ ਸੀ, ਪ੍ਰੋਗਰਾਮ ਬਣਾਇਆ ਸੀ। ਦੂਸਰਾ ਉਹਨਾਂ ਨੇ ਭ੍ਰਿਸ਼ਟਾਚਾਰ ਕੱਢਣ ਲਈ, ਆ ਮੋਦੀ ਦੇ ਸਮੇਂ ਵਿੱਚ 7 ਸਾਲਾਂ 'ਚ 3 ਬੜਾ ਭ੍ਰਿਸ਼ਟਾਚਾਰ ਹੋਇਆ। ਤੀਸਰਾ ਉਹਨਾਂ ਦਾ ਜਿਹੜਾ ਬੜਾ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂਜੀ, ਜਿਹੜਾ ਅਸੀਂ ਤੀਸਰੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ ਵੀ ਉਸ ਵੇਲੇ ਉਹਨਾਂ ਨੇ ਧਾਰਮਿਕ ਜਿਹੜਾ ਕੱਟੜਵਾਦ ਸੀ, ਮੂਲਵਾਦ ਸੀ, ਉਹਨੂੰ ਉਹਨਾਂ ਨੇ ਆਪਣੇ ਦੇਸ਼ ਵਿੱਚੋਂ, ਪੰਜਾਬ ਚੋਂ ਬਾਹਰ ਕੱਢਣ ਲਈ ਬਹੁਤ ਲੋਕਾਂ ਦੀਆਂ ਮੀਟਿੰਗਾਂ ਕੀਤੀਆਂ, ਜਲਸੇ ਜਲੂਸ ਕੀਤੇ। ਅੱਜ ਵੀ ਸਾਡੇ ਵਿੱਚ 26 ਜਨਵਰੀ ਨੂੰ ਧਾਰਮਿਕ ਮੂਲਵਾਦ ਅਤੇ ਕੱਟੜਪੰਥੀਆਂ ਨੇ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ। ਸੋ ਅੱਜ ਅਸੀਂ ਆਇਤ ਕੀਤਾ ਵਾ ਵੀ ਅਸੀਂ ਵੀ ਉਹਨਾਂ ਦੇ ਪੂਰਨਿਆਂ ਤੇ ਚੱਲ ਕੇ ਆਉਣ ਵਾਲੇ ਸਮੇਂ 'ਚ ਅਜਿਹਾ ਨਹੀਂ ਹੋਣ ਦੇਵਾਂਗੇ। ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜਿਹੜੇ ਪੇਂਡੂ ਲੋਕ
ਕਿਸਾਨ ਆ ਉਹਨਾਂ ਨੂੰ ਨੌਕਰੀਆਂ ਵਿੱਚ ਹੋਰ ਥਾਵਾਂ ਦੇ ਉੱਤੇ ਵੱਡੀ ਸਹਾਇਤਾ ਸਰਕਾਰ ਦੇਵੇ। ਨਾਲ ਦੀ ਨਾਲ ਉਹਨਾਂ ਨੇ ਪੰਜਵਾਂ ਕੰਮ ਇਹ ਕੀਤਾ ਸੀ, ਇੱਕ ਕਿਸਾਨਾਂ ਦਾ ਵੱਡਾ ਫੰਡ ਬਣਾਇਆ ਸੀ, ਉਹਦੇ ਵਿੱਚੋਂ ਉਹਨਾਂ ਨੇ ਕਿਸਾਨਾਂ ਨੂੰ ਬਹੁਤ ਰਾਹਤਾਂ ਉਹਨਾਂ ਦੇ ਬੱਚਿਆਂ ਨੂੰ ਕਰਾਈਆਂ। ਸੋ ਇਸ ਕਰਕੇ ਅਸੀਂ ਅੱਜ ਫੇਰ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਤੇ ਨਾਲ ਹੀ ਆਇਤ ਕਰਦੇ ਹਾਂ ਕਿ ਇਹਨਾਂ ਮੋਰਚਿਆਂ ਦੇ ਉੱਤੇ ਉਹਨਾਂ ਦਾ ਪ੍ਰੋਗਰਾਮ ਲੈ ਕੇ ਅਸੀਂ ਆਉਣ ਵਾਲੇ ਸਮੇਂ ਜਿੱਤ ਪ੍ਰਾਪਤ ਕਰਾਂਗੇ। ਸਾਥੀ ਜੀ, ਕੋਈ ਸਵਾਲ ਅੱਜ ਦੇ ਜਾਂ ਸਾਡੇ ਮੋਰਚੇ ਨਾਲ ਸੰਬੰਧ ਹੁੰਦਾ ਜੇ ਕਰਨਾ ਉਹ ਕਰ ਲਓ, ਕਿ ਨਹੀਂ? ਜਿਹੜਾ ਤੁਸੀਂ ਇਹ ਗੱਲ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ ਮਹਾ ਪੰਚਾਇਤਾਂ ਰੋਕਣੀਆਂ ਨੇ, ਕੀ ਉਹ ਇਹ ਸਮਝਿਆ ਜਾਵੇ ਕਿ ਜਥੇਬੰਦੀਆਂ ਨੂੰ ਹੀ ਲੱਗਣ ਲੱਗੇ ਸੀ ਕਿ ਪੰਜਾਬ 'ਚ ਆਗੂ MLA ਬਣ ਚੱਲ ਗਏ, ਮੰਤਰੀ ਬਣ ਤੁਰ ਪਏ, ਉਹ ਰੋਕਣ ਦੀ ਕਵਾਇਦ ਆ, ਜਾਂ ਮੋਰਚੇ ਨੂੰ ਲੈ ਕੇ? ਕਿਉਂਕਿ ਅੱਜ 7 ਮੈਂਬਰ ਬੋਲੇ ਨੇ, 7 ਚੋਂ ਕਿਸੇ ਨੇ ਵੀ 3 ਖੇਤੀ ਕਾਨੂੰਨ ਦੀ ਗੱਲ ਹੀ ਕੀਤੀ। ਇਹਦਾ ਮਤਲਬ ਤੁਹਾਡੇ ਅੰਦਰ ਖਾਸੀ ਤਾਣੀ ਉਲਝ ਗਈ, ਇਹ ਮੰਨੀਏ? ਨਹੀਂ, ਇਸ ਤਰ੍ਹਾਂ ਦੀ ਤਾਣੀ ਉਲਝਣ ਵਾਲੀ ਗੱਲ ਨਹੀਂ। ਅਸੀਂ ਕਾਨੂੰਨਾਂ ਤੇ ਹਰ ਰੋਜ਼ ਹੀ ਗੱਲ ਕਰਦੇ ਹਾਂ, ਸਟੇਜ ਤੇ ਵੀ ਕਰਦੇ ਹਾਂ। ਅੱਜ ਸਰ ਸੋਟੂ ਰਾਮ ਜੀ ਨਾਲ ਜੋੜ ਕੇ ਉਹਨਾਂ 3 ਕਾਨੂੰਨਾਂ ਦੀ ਗੱਲ ਕੀਤੀ ਹੈ। ਅਸੀਂ ਇਹ ਸਮਝਦੇ ਹਾਂ ਵੀ ਉਹ ਤਾਕਤ ਉੱਥੇ ਲਾਉਣ ਦੀ ਬਜਾਏ ਖਰਚਾ ਇੱਥੇ ਕਿਸਾਨਾਂ ਨੂੰ ਲੈ ਕੇ ਆਈਏ। ਉੱਥੇ ਪਹਿਲਾਂ ਲਗਾਤਾਰ ਉੱਥੇ ਜੂਨ ਤੋਂ ਕਾਨਫਰੰਸਾਂ ਕਰਦੇ ਹਾਂ, ਅਸੀਂ ਕਾਨਫਰੰਸਾਂ ਕਰਦੇ ਹਾਂ। ਕਹਾਂ ਮਹਾ ਪੰਚਾਇਤਾਂ ਦੀ ਜਿਹੜੀਆਂ ਕਾਨਫਰੰਸਾਂ ਸਾਡੇ ਕਨੀਓ 32 ਕਿਸਾਨ ਜਥੇਬੰਦੀਆਂ ਕਨੀਓ ਹੋਣੀਆਂ। ਨਾਲ ਇਹ ਵੀ ਕਿਹਾ ਜਿੱਥੇ ਸਾਨੂੰ ਲੋੜ ਹੋਊਗੀ ਤਾਂ ਅਸੀਂ ਇੱਥੇ ਫੈਸਲਾ ਕਰਕੇ ਕਰਾਂਗੇ ਵੱਡੀਆਂ। ਉਹ ਕੱਲ ਵਾਲੀਆਂ ਜਿਹੜੀਆਂ ਹੋਣੀਆਂ ਉਹ ਰੱਦ ਹੋ ਗਈਆਂ, ਤੈਅ ਹੋ ਗਿਆ ਜੀ। ਕੱਲ ਨੂੰ ਜਿਹੜੀ ਕੋਈ ਵਿਅਕਤੀਗਤ ਜੇ ਕਿਤੇ ਕੋਈ ਹੈਗੀ ਉਹ ਵੱਖਰੀ ਹੈ। ਸੰਯੁਕਤ ਮੋਰਚੇ ਸਾਡੇ ਕਿਸਾਨਾਂ ਦੀਆਂ 32 ਜਥੇਬੰਦੀਆਂ ਵੱਲੋਂ ਨਹੀਂ ਹੋਊਗੀ। ਜਿਹੜੀ ਜਗਰਾਉਂ ਦੇ ਵਿੱਚ ਹੋਈ ਸੀ, ਸਾਨੂੰ ਜੋ ਪਤਾ ਲੱਗਿਆ ਸੰਯੁਕਤ ਕਿਸਾਨ ਮੋਰਚੇ ਦੀ ਮੋਹਰ ਬਾਅਦ ਚ ਜਲਦਬਾਜ਼ੀ ਚ ਲੱਗੀ ਸੀ, ਉਹ ਰੱਖ ਲਿਆ ਸੀ ਪ੍ਰੋਗਰਾਮ। ਆਖਿਆ ਆਲਰੇਡੀ ਉਹਦੀਆਂ ਤਿਆਰੀਆਂ ਚੱਲ ਗਈਆਂ, ਬਾਅਦ ਵਿੱਚ ਤੁਹਾਨੂੰ ਬਹੁਤ ਸਾਰੇ ਜਥੇਬੰਦੀਆਂ ਨੂੰ ਪਤਾ ਲੱਗਿਆ ਕਿ ਉੱਥੇ ਕੋਈ ਪ੍ਰੋਗਰਾਮ ਰੱਖਿਆ ਜਾ ਰਿਹਾ। ਇਸ ਤਰ੍ਹਾਂ ਕਿਉਂ ਕੀਤਾ ਜਾ ਰਿਹਾ? ਕਿ ਜਲਦਬਾਜ਼ੀ ਕੀ ਸੀ ਉੱਥੇ ਰੱਖਣ ਦੀ, ਜਾਂ ਸੰਯੁਕਤ ਮੋਰਚੇ ਦੀ ਮੋਹਰ ਬਾਅਦ ਚ ਕਿਉਂ ਲੱਗਦੀ ਆ? ਭਰੋਸਾ ਕਿਉਂ ਨਹੀਂ? ਭਰੋਸੇਯੋਗਤਾ ਦੇ ਉਦੋਂ ਸਵਾਲ ਉੱਠੇ ਤੁਹਾਡੇ ਅੰਦਰ ਗੱਲ ਕਰ ਰਿਹਾ। ਕਈ ਲੋਕ ਰਸਤਿਆਂ ਚ ਵਾਪਸ ਆਏ ਕਿ ਜਦੋਂ ਨੂੰ ਪਤਾ ਲੱਗਿਆ ਕਿ ਉੱਥੇ ਇਸ ਤਰ੍ਹਾਂ ਦਾ ਪਰਸੈਪਸ਼ਨ ਬਣ ਰਹੀ ਹੈ ਪੰਜਾਬ ਦੇ ਵਿੱਚ ਕਿ ਹੁਣ ਕਿਤੇ ਰਾਜਨੀਤਿਕ ਜਿਹੜਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ 2022 ਨੂੰ ਲੈ ਕੇ, ਤਾਂ ਬਹੁਤ ਸਾਰੇ ਆਗੂ ਰਸਤੇ 'ਚ ਮੁੜ ਕੇ ਆਏ, ਕੋਈ ਅੰਬਾਲੇ ਤੋਂ, ਕੋਈ ਪਾਣੀਪਤ ਤੋਂ। ਦੇਖੋ ਸਾਡੇ ਬੱਤੀਆਂ ਜੋ ਕੋਈ ਇਸ ਤਰ੍ਹਾਂ ਦੀ ਗੱਲ ਹੈ ਵੀ ਰਸਤੇ 'ਚੋਂ ਮੁੜ ਕੇ ਆਇਆ, ਕਾਨਫਰੰਸ ਉਹ ਰੱਖ ਲਈ ਸੀ। ਇੱਥੇ ਜਦੋਂ ਗੱਲ ਆਈ ਮੋਰਚੇ 'ਚ ਉਹਦੇ ਉੱਤੇ ਕਿਹਾ ਗਿਆ ਵੀ ਮੇਰੀ ਬੇਨਤੀ ਸੁਣੋ ਵੀ ਕੱਲਿਆਂ ਨੂੰ ਨਹੀਂ ਰੱਖਣੀ ਚਾਹੀਦੀ, ਇੱਥੇ ਫੈਸਲਾ ਕਰਕੇ ਰੱਖਣੀ ਚਾਹੀਦੀ ਸੀ। ਉਹਦੇ ਉੱਤੇ ਫੈਸਲਾ ਹੋ ਗਿਆ ਸੀ ਵੀ ਉਹ ਕਾਨਫਰੰਸ ਕਰਨੀ ਹੈ, ਸਾਰਿਆਂ ਕਨੀਓ ਸਾਂਝੀ ਜਾਣੀ ਹੈ। ਜਿੱਥੋਂ ਤੱਕ ਤੁਸੀਂ ਕਿਹਾ ਵੀ ਰਾਜਨੀਤਿਕ ਤੌਰ ਤੇ ਅਸੀਂ ਅੱਜ ਵੀ ਖੜੇ ਹਾਂ 32 ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚ। ਠੀਕ ਹੈ, ਕੁਝ ਜੇ ਲੋਕ ਰਾਜਸੀ ਉਹਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਨਗੇ, ਅਸੀਂ ਬਿਲਕੁਲ ਨਹੀਂ ਉਠਾਉਣ ਦੇਵਾਂਗੇ। ਅਸੀਂ ਕਿਸਾਨ ਬਣ ਕੇ ਉੱਥੇ ਜੂਨ ਤੋਂ ਲਗਾਤਾਰ ਲੜਦੇ ਰਹੇ ਹਾਂ, ਜੂਨ ਤੋਂ ਕਿਸਾਨ ਬਣ ਕੇ ਇੱਥੇ ਬੈਠੇ ਹਾਂ। ਵਿਚਾਰ ਕਿਸੇ ਦੇ ਹੋ ਸਕਦੇ ਆ, ਕੋਈ ਇੱਥੇ ਰਾਜਨੀਤਿਕ ਫਾਇਦਾ ਉਠਾਉਣ ਦੀਆਂ ਕੋਸ਼ਿਸ਼ਾਂ ਕਰ ਸਕਦਾ ਹੋਊਗਾ, ਪਰ ਅਸੀਂ ਨਾ ਉਰੇ ਬੋਲਣ ਦਿੱਤੇ ਆ ਤੇ ਨਾ ਹੀ ਪੰਜਾਬ 'ਚ ਉਹਨਾਂ ਕਾਨਫਰੰਸਾਂ ਸਾਡੇ ਫੈਸਲੇ ਤੋਂ ਬਗੈਰ ਹੋਣਗੀਆਂ। ਲੋਕਾਂ ਦਾ ਹੋ ਸਕਦਾ ਕਿਸੇ ਜਥੇਬੰਦੀ ਦਾ ਹਾਂ ਔਰ ਬਰਨਾਲਾ ਕਰਨ ਤੋਂ ਇਸ ਜਥੇਬੰਦੀ ਦੇ ਲੀਡਰਾਂ ਨੇ ਵੀ ਜਾਣਾ ਤੈਅ ਕੀਤਾ ਹੋਇਆ ਸੀ, ਉਹਦਾ ਕੀ ਫੈਸਲਾ? ਦੇਖੋ ਇਹ ਤੁਹਾਡੇ ਅਸੀਂ ਸੁਣੀਆਂ ਤੁਹਾਡੇ ਕੋਲੋਂ ਵੀ ਉਗਰਾਹਾਂ ਕਰ ਰਹੇ ਨੇ। ਉਗਰਾਹਾਂ ਸਾਡੀਆਂ 32 ਦੀ ਜਿਹੜੀ ਜਥੇਬੰਦੀਆਂ ਨੇ ਪੰਜਾਬ ਦੀਆਂ, ਉਹ 32 ਦਾ ਹਿੱਸਾ ਨਹੀਂ, ਤਾਲਮੇਲ ਤੌਰ ਤੇ ਸਾਡੇ ਚ ਆਉਂਦੇ ਆ। ਦੇਖੋ ਜੇ ਉਹ ਕਰਦੇ ਆ ਉਹ ਚ ਸਾਡਾ ਕੋਈ ਨਹੀਂ ਫੈਸਲਾ ਜਾਊਗਾ ਸਾਥੀ। ਕੋਈ ਨਹੀਂ ਕੀਤੀ ਜਾ ਰਹੀ ਜਿਹੜੀ ਇਸ ਤਰ੍ਹਾਂ ਦੀ ਕੀਤੀ ਜਾ ਰਹੀ ਹੈ। ਫੈਸਲਾ ਹੋ ਗਿਆ ਤੇ ਜਿਹੜੀ ਹੈ ਉਗਰਾਹਾਂ ਵਾਲੀ, ਉਹ ਉਗਰਾਹਾਂ ਹੀ ਸਾਡੇ ਇਸ ਮੋਰਚੇ ਦਾ ਹਿੱਸਾ ਨਹੀਂ ਹੈ। ਚੰਡੀਗੜ੍ਹ ਦੇ ਵਿੱਚ ਰੱਖੀ ਗਈ, ਚੰਡੀਗੜ੍ਹ ਵਾਲੀ ਹੋਊਗੀ, ਉਹ ਤਾਂ ਪੰਜਾਬ ਤੋਂ ਵੱਖਰੀ ਹੋਗੀ ਨਾ, ਯੂਟੀ ਆ ਗਈ ਜੀ। ਚੰਡੀਗੜ੍ਹ ਦੇ ਵਿੱਚ ਵੀ ਸੁਣਿਆ ਤੇ ਕਿ ਮਹਾ ਪੰਚਾਇਤ ਰੱਖੀ ਜਾ ਰਹੀ ਆ, ਉਹ ਹੋਵੇਗੀ। ਦੇਖੋ ਸਾਰਿਆਂ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਅਸੀਂ ਕਿਹਾ ਹੈਗਾ ਵੀ ਅਸੀਂ ਹੁਣ ਫੈਸਲਾ ਕਰਿਆ ਇਸ ਕਰਕੇ ਨਾ ਅਸੀਂ ਕਿਸੇ ਨੂੰ ਰਾਜਨੀਤਿਕ ਉਹਦਾ ਫਾਇਦਾ ਲੈਣ ਦੇਣਾ ਹੈ। ਤੁਹਾਡੇ ਵੱਲੋਂ ਹੁਣ ਜਿਹੜੀਆਂ ਰਾਜਨੀਤਿਕ ਤਾਂ ਲੋਕ ਨਹੀਂ, ਅਸੀਂ ਨਹੀਂ ਰੱਖੀ, ਹੁਣ ਤੋਂ ਬਾਅਦ ਕੋਈ ਨਹੀਂ ਹੋਏਗੀ। ਅਸੀਂ ਫੈਸਲਾ ਕਰ ਲਿਆ ਅੱਜ ਬੱਤੀਆਂ ਉਸ ਦੇ ਵਿੱਚ, ਜੇ ਲੋੜ ਹੋਊਗੀ 18 ਤੋਂ ਬਾਅਦ 20 ਤੋਂ ਬਾਅਦ ਸਾਨੂੰ ਮਹਿਸੂਸ ਕਰਾਂਗੇ, ਫਿਰ ਅਸੀਂ ਕਰਾਂਗੇ। ਰਾਜਨੀਤਿਕ ਲੋਕ ਤਾਂ ਆਏ ਨਹੀਂਗੇ, ਰਾਜਨੀਤਿਕ ਲੋਕ ਤਾਂ ਬਹੁਤ ਦੂਰ ਹੀ ਵੱਟ ਗਏ ਆ। ਕੋਈ ਆਪਣਾ ਜਗਰਾਉਂ ਰੈਲੀ 'ਚ ਵੀ ਨਹੀਂ ਆਏ ਸੀਗੇ ਰਾਜਨੀਤਿਕ ਲੋਕ। ਤਾਂ ਰਾਜਨੀਤਿਕ ਲੋਕਾਂ ਨੂੰ ਵਿੱਚੋਂ ਕਿਉਂ ਘੜੀੜਿਆ ਜਾ ਰਿਹਾ? ਉਹਨਾਂ ਨਾਲ ਬਹੁਤ ਦੂਰੀ ਬਣਾਈ ਹੋਈ ਆ। ਜਗਰਾਵਾਂ ਰੈਲੀ 'ਚ ਕੋਈ ਨਹੀਂ ਪਹੁੰਚਿਆ ਰਾਜਨੀਤਿਕ ਆਗੂ, ਕਿਸੇ ਨੇ ਸਟੇਟਮੈਂਟ ਵੀ ਨਹੀਂ ਦਿੱਤੀ ਗਈ ਆਗੂਆਂ ਦੀ। ਅਸੀਂ ਰਾਜਨੀਤਿਕ ਆਗੂ ਅਸੀਂ ਤਾਂ 32 ਜਥੇਬੰਦੀਆਂ ਦੇ ਕੋਈ ਗੱਲ ਕਰਨੇ, ਜਿਹੜੇ ਪਾਣੀਪਤ ਅੰਬਾਲੇ ਤੋਂ ਮੁੜ ਕੇ ਆਏ ਨੇ, ਵਾਪਸ ਆਏ ਨੇ, ਤੇ ਉਹਨਾਂ ਦੀ ਗੱਲ ਕੀਤੀ ਆ ਜੀ। ਦੇਖੋ ਸਾਡੀ ਜਿਹੜੀ ਕਾਲ ਦਿੱਤੀ ਹੋਈ ਹੈ ਨਾ ਸੰਯੁਕਤ ਮੋਰਚੇ ਵੱਲੋਂ, ਉਹ 18 ਤਰੀਕ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕਰ ਜਾਵਾਂਗੇ। ਅਸੀਂ 17 ਤਰੀਕ ਦੀ ਜਿਹੜੀ ਮਹਾ ਪੰਚਾਇਤ ਹੋਈ ਉਹਦੇ ਵਿੱਚ ਕਿਉਂ ਉਲਝਾਂਗੇ?
ਇਹ ਆਪ ਮਹਾਰੀਆਂ ਕਰ ਲੈਣ ਜਿਹੜੀਆਂ ਉਹਨਾਂ ਨੂੰ ਰੋਕਣ ਦੇ ਲਈ ਅਸੀਂ ਇਹ ਐਲਾਨ ਕਰ ਰਹੇ ਹਾਂ ਅੱਜ। ਬੂਟਾ ਸਿੰਘ ਜੀ ਸਾਨੂੰ 18 ਤਰੀਕ ਵਾਲਾ ਹੀ ਦੱਸ ਦਿਓ ਕਿ ਜਥੇਬੰਦੀ ਕਿਹਦੀ ਡਿਊਟੀ ਕਿੱਥੇ ਲਾਈ ਆ ਸੀ, ਕਿੱਥੇ ਜਾਓਗੇ ਰੇਲ ਪ੍ਰੋਗਰਾਮ ਕੀ ਹੈ? ਉਹਦਾ ਪ੍ਰੋਗਰਾਮ ਕੀ ਹੈ ਜੋ ਵੀ ਦੱਸ ਦਿਓ। ਦੇਖੋ ਸਾਡੇ ਜੋ ਮੋਰਚੇ ਚੱਲਦੇ ਆ 150 ਦੇ ਕਰੀਬ ਚੱਲ ਰਿਹਾ ਪੰਜਾਬ ਦੇ ਵਿੱਚ, ਉੱਥੇ ਲੀਡਰਸ਼ਿਪ ਸਾਡੀ ਹੈਗੀ ਆ। ਕੋਈ ਜ਼ਰੂਰੀ ਨਹੀਂ ਹੈ ਕਿ ਅਸੀਂ ਦਿੱਲੀ ਮੋਰਚਾ ਛੱਡ ਕੇ ਅਸੀਂ ਮਤਲਬ ਉੱਥੇ ਰੇਲ ਰੋਕੀਏ। ਹੈਗੀਆਂ ਸਾਡੀਆਂ 20 ਟੀਮਾਂ ਉੱਥੇ ਜਾ ਕੇ ਉਹ ਕੰਮ ਕਰਨਗੀਆਂ, ਉਹਦੇ ਚ ਸਾਂਭਣਗੀਆਂ, ਉਹਦੇ ਪ੍ਰਬੰਧਨ ਚ ਲੱਗੇ ਹੋਏ ਆ, ਵੱਡੇ ਇਕੱਠ ਹੋਣਗੇ। ਇਹ ਨਹੀਂ ਫਿਕਰ ਕਿ ਮੈਂ ਨਹੀਂ ਗਿਆ ਤਾਂ ਮੇਰੇ ਬਿਨਾਂ ਮਤਲਬ ਉੱਥੇ ਰੇਲ ਨਹੀਂ ਰੋਕੀ ਜਾਏ। 110 ਆਲਰੇਡੀ ਸਾਡੀਆਂ ਉੱਥੇ ਟੀਮਾਂ ਬੈਠੀਆਂ ਹਜੇ ਵੀ ਰੇਲਵੇ ਦੇ ਬਾਹਰ ਦੇ ਉੱਤੇ, ਉਹ ਤਿਆਰੀ ਕਰ ਰਹੇ ਆ, ਉੱਥੇ ਰੋਕਣਗੇ। 110 ਲੋਕ ਹਾਲੇ ਵੀ ਜਿਹੜੇ ਹੈਗੇ ਨੇ ਉਹ ਜੇਲ੍ਹਾਂ 'ਚ ਬੰਦ ਨੇ। ਹੁਣ ਜਦੋਂ ਸਰਕਾਰ ਨਾਲ ਗੱਲਬਾਤ ਹੋ ਗਈ, ਜਿਹੜਾ ਡੈਡਲੌਕ ਬਣਿਆ ਹੋਇਆ ਡਾਇਲੌਗ ਵਾਲਾ ਗੱਲਬਾਤ ਹੋ ਗਈ, ਡਾਇਲੌਗ ਵਾਲ ਜੋ ਗੱਲਬਾਤ ਹੋਗੀ ਆਧਾਰ ਕੀ ਰਹੇਗਾ, ਪਹਿਲੇ ਪ੍ਰਾਇੋਰਟੀ ਕੀ ਰਹੇਗੀ, ਖੇਤੀ ਕਾਨੂੰਨ ਰਹਿਣਗੇ ਜਾਂ ਉਹ ਨੌਜਵਾਨਾਂ ਦੀ ਗੱਲ ਉਠਾਈ ਜਾਵੇਗੀ ਕਿ ਉਹ ਨੌਜਵਾਨ ਰਿਹਾ ਕਰੋ, ਇਹ ਤੋਂ ਬਾਅਦ ਗੱਲ ਹੋਵੇਗੀ। ਕਿਉਂਕਿ ਉਹ ਨੌਜਵਾਨ ਵੀ ਤੁਹਾਡੇ ਸੱਦੇ ਤੇ ਆਏ ਨਾ 26 ਦੇ ਦੋਵਾਂ 'ਚ ਪਹਿਲ ਕਿਹੜੀ ਰਹੇਗੀ? ਅੱਜ ਵੀ ਖੇਤੀ ਕਾਨੂੰਨ ਰਹਿਣਗੇ ਜਾਂ ਉਹ ਨੌਜਵਾਨਾਂ ਨੂੰ ਛਡਾਉਣਾ ਪਹਿਲ ਰਹੂਗੀ ਜੇ ਸਰਕਾਰ ਦੀ ਦੇਰ ਸਵੇਰ ਕੋਈ ਕਾਲ ਆਉਂਦੀ ਜਾਂ ਆਪਣੇ ਕੇਸ ਵਾਪਸ ਕਰਾ ਕੇ ਮਾਮਲਾ ਨਹੀਂ ਦੇਖੋ ਸਾਡੀ ਗੱਲ ਪਹਿਲਾਂ ਵੀ ਜਦੋਂ ਸਰਕਾਰ ਨੇ ਇਸ ਦੇ ਦਬਾਅ ਥੱਲੇ ਗੱਲ ਕੋਸ਼ਿਸ਼ ਕਰੀ ਤੀ 26 ਤੋਂ ਬਾਅਦ 29 ਦੇ ਦਰਮਿਆਨ ਕੁਝ ਪੰਜਾਬ ਦੇ ਅਫਸਰਾਂ ਰਾਹੀਂ ਜਾਂ ਕੁਝ ਦੇ ਉਸ ਰਾਹੀਂ ਉਸ ਵੇਲੇ ਸਾਫ਼ ਕਿਹਾ ਸਰਕਾਰ ਦਬਾਅ ਥੱਲੇ ਗੱਲ ਕਰਨਾ ਚਾਹੁੰਦੀ ਹੈ। ਸਾਡੇ ਬੰਦੇ ਜੇਲ੍ਹਾਂ 'ਚ ਨੇ, ਸਾਨੂੰ ਘੇਰ ਕੇ ਇੱਟਾਂ ਬੱਟੇ ਮਾਰੇ ਜਾ ਰਹੇ ਨੇ, ਨੈਟ ਸਾਡਾ ਬੰਦ ਕਰ ਦਿੱਤਾ, ਪਰਚੇ ਕਰੇ ਨੇ। ਇਸ ਦਬਾਅ ਥੱਲੇ ਗੱਲ ਨਹੀਂ ਕਰਾਂਗੇ ਸਰਕਾਰ ਨੂੰ ਕਿਹਾ। ਜੋ ਜੇਲ੍ਹਾਂ 'ਚ ਬੈਠੇ ਆ ਸਾਡੇ ਬੰਦੇ ਉਹ ਵੀ ਸਾਡੇ ਇਸ ਕਾਜ ਲਈ ਗਏ ਨੇ ਜੇਲ੍ਹਾਂ ਜਿਹੜੇ ਹੈਗੇ, ਉਹਨਾਂ ਦੀ ਅਸੀਂ ਪੈਰਵਾਈ ਕਰ ਰਹੇ ਹਾਂ। ਉਹਨਾਂ ਨੂੰ ਪੈਰਵਾਈ ਕਰਕੇ ਉਹਨਾਂ ਨੇ ਜੋ ਕਾਨੂੰਨੀ ਕਾਰਵਾਈ ਉਹਦੀ ਕਰਾਂਗੇ। ਜੇ ਗੱਲਬਾਤ ਕਰਨ ਜਾਵਾਂਗੇ, ਗੱਲਬਾਤ ਸਰਕਾਰ ਨਾਲ ਹੋਣੀ ਹੈ ਫੈਸਲੇ ਦੇ ਉੱਤੇ। ਜੇ ਕੋਈ ਇਹਨਾਂ ਤਿੰਨੇ ਕਾਨੂੰਨਾਂ ਨੂੰ ਰੱਦ ਕਰਾ ਕੇ MSP ਦੇ ਕਾਨੂੰਨ ਬਣਨਾ ਹੈ ਤੇ ਲਾਜ਼ਮੀ ਹੈ ਕਾਨੂੰਨ ਕਰਾਨ ਵੀ ਵਾਪਸ ਹੋ ਜਾਣੇ ਨੇ ਸਾਰੇ ਜਿਹੜੇ ਕੇਸ ਨੇ। ਇਹ ਕੇਸ ਨਹੀਂ ਰਹਿਣੇ ਫੇਰ ਜੇਕਰ ਸਾਡੀ ਉਸ ਦੇ ਉੱਤੇ ਜਿੱਤ ਹੋ ਜਾਣੀ ਹੈ। ਅਸੀਂ ਜੇ ਗੱਲਬਾਤ ਕਰਾਂਗੇ ਪਹਿਲਾਂ ਤਿੰਨੇ ਕਾਨੂੰਨ ਰੱਦ ਕਰਾ ਕੇ MSP ਤੇ ਹੋਣਾ ਤੇ ਨਾਲ ਇਹ ਕਾਨੂੰਨ ਵੀ ਰੱਦ ਹੋਣੇ ਆ ਕਿ ਇਕੱਲੇ ਕਾਨੂੰਨ ਜੇਲ੍ਹਾਂ ਵਾਲੇ ਤੇ ਨਹੀਂ, ਸਾਰਿਆਂ ਤੇ ਕੇਸ। ਇਹ ਕੇਸ ਉਹਨਾਂ ਦੇ ਨਹੀਂ, ਇਹਨਾਂ ਸਾਰਿਆਂ ਤੇ ਬੈਠੇ ਤੇ ਆ, ਸਾਰੇ ਕਿਸਾਨਾਂ ਦੇ ਉੱਤੇ ਆ। ਜਦੋਂ ਕੋਈ ਐਜੀਟੇਸ਼ਨ ਲੜਦੇ ਆ ਇਹ ਮੁੜ ਤੋਂ ਹੀ ਹੈ ਕੇਸ ਤਾਂ ਪੁਲਿਸ ਬਣਾਉਂਦੀ ਆਈ ਤੇ ਜੇ ਉਹਨਾਂ ਕੇਸਾਂ ਦੇ ਉੱਤੇ ਆਪਣੀ ਐਜੀਟੇਸ਼ਨ ਨੂੰ ਖਤਮ ਕਰ ਦਾਂਗੇ ਫਿਰ ਐਜੀਟੇਸ਼ਨ ਦਾ ਕੀ ਹੋਇਆ? ਮਤਲਬ ਕਿ ਹੁਣ ਪ੍ਰਾਇੋਰਟੀ ਹਾਲੇ ਵੀ ਕਾਨੂੰਨੀ ਜਿਹੜੇ ਮੁੰਡੇ ਅੰਦਰ ਆ ਉਹਨੇ ਪ੍ਰਾਇੋਰਟੀ ਜੇ ਸਰਕਾਰ ਨੇ ਕਾਰਵਾਈ ਚੱਲ ਰਹੀ ਹੈ ਜੀ ਉਹਨਾਂ ਦੀ ਲੜ ਰਹੇ ਹਾਂ, ਕਾਰਵਾਈ ਕਰ ਰਹੇ ਹਾਂ। ਇਹ ਲੀਗਲ ਕਾਰਵਾਈ ਸਫੀਸ਼ੀਐਂਟ ਹੈ ਸਾਡੀ। ਸਫੀਸ਼ੀਐਂਟ ਉਹਨਾਂ ਦੇ ਪਰਿਵਾਰਾਂ ਦੇ ਸੈੱਲ ਬਣਾਇਆ ਨਾ, ਨਾਲ ਉਹਦੇ ਹਾਈ ਕੋਰਟ ਦੇ ਵਕੀਲ ਹੈ, ਨਾਲ ਲੋਅਰ ਕੋਰਟਾਂ ਦੇ ਵਕੀਲ ਹੈ, ਨਾਲ ਸਾਰਾ ਪ੍ਰਬੰਧ ਕਰ ਰਹੇ ਹਾਂ ਅਸੀਂ ਉਹਦਾ। ਸਫੀਸ਼ੀਐਂਟ ਟਾਈਮ ਤੋਂ ਸੀ ਠੀਕ ਚੱਲ ਰਹੀ ਹੈ ਕਾਰਵਾਈ। ਦੇਖੋ ਜੇਕਰ ਜਿੱਤ ਕੇ ਘਰੇ ਜਾਂਦੇ ਜੀ ਉਸ ਤੋਂ ਬਾਅਦ ਜੇ ਕਿਸੇ ਦੇ ਕੇਸ ਰਹਿੰਦਾ ਤਾਂ ਉਹ ਵੀ ਲੜੋ ਵੀਰੇ। ਉਹ ਜਿੱਤ ਕਾਦੀ ਹੋਈ ਜੇ ਕੇਸ ਰਹਿ ਗਿਆ? ਬੜੀ ਕਾਮਨ ਗੱਲ, ਬਹੁਤ ਸਿੰਪਲ ਗੱਲ ਆ ਕਿ ਹਰ ਜਿਹੜੇ ਹੁੰਦੇ ਆ ਅੰਦੋਲਨ ਹੁੰਦੇ, ਅੰਦੋਲਨ ਦੌਰਾਨ ਪਰਚੇ ਹੁੰਦੇ ਆ। ਜਦੋਂ ਅੰਦੋਲਨ ਨਿਬੜਦਾ ਪਰਚੇ ਨਿਬੜ ਜਾਂਦੇ ਹੈਗੇ ਆ। ਸਿਆਸੀ ਕਿਸਮ ਦੇ ਪਰਚੇ ਆ, ਕੋਈ ਇਹ ਸਾਡੇ ਤੇ ਪਹਿਲਾ ਪਰਚਾ ਨਹੀਂ ਹੈਗਾਗਾ ਔਰ ਸਾਰੇ ਕੇਸਾਂ 'ਚ ਅਸੀਂ ਬਰੀ ਨਹੀਂ ਹੋਏਗੇ। ਬਹੁਤ ਮੈਨੂੰ ਜਵਾਬ ਦੇ ਲੈਣ ਦਿਓ ਪਲੀਜ਼। ਉਹ ਸਾਰੇ ਕੇਸ ਪਹਿਲੇ ਜਿੰਨੇ ਸਾਡੇ ਤੇ ਪਰਚੇ ਹੋਏ ਆ, ਸਾਰੇ ਸਾਥੀ ਬੜੇ ਬਹੁਤ ਪਰਚੇ ਹੋਏ ਆ, ਸਾਰੇ ਕੇਸ ਅਸੀਂ ਅਦਾਲਤਾਂ 'ਚ ਤਰੀਕਾਂ ਭੁਗਤ ਕੇ ਨਹੀਂ ਰੱਦ ਕਰ ਵੀ ਬਰੀ ਨਹੀਂ ਹੋਏਗੇ। ਬਹੁਤ ਸਾਰੇ ਕੇਸ ਅੰਦੋਲਨਾਂ ਦੌਰਾਨ ਹੋਏ ਆ ਔਰ ਅੰਦੋਲਨ ਜਦੋਂ ਜਿੱਤੇ ਜਾਂਦੇ ਆ ਕੇਸ ਉਹ ਖਤਮ ਹੋ ਜਾਂਦੇ ਆ। ਕੇਸ ਖਤਮ ਹੋਣੀ ਦੀਪ ਸਿੰਘ ਜੀ ਇਹ ਰਜਿੰਦਰ ਜੀ ਇਹ ਸਵਾਲ ਤਾਂ ਪੁੱਛਿਆ ਗਿਆ ਸੀ ਕਿਉਂਕਿ ਰਾਜੇਵਾਲ ਸਾਹਿਬ ਨੇ ਜਦੋਂ 30 ਜਨਵਰੀ ਮੇਰਾ PCC ਉਸ ਕਿਹਾ ਸੀ ਉਹ ਨੌਜਵਾਨ ਭੜਕ ਕੇ ਗਏ, ਸਾਡੇ ਨਹੀਂ ਸੀ। ਇਹ ਸਟੇਟਮੈਂਟ ਤੋਂ ਬਾਅਦ ਕਿਉਂਕਿ ਨੌਜਵਾਨ ਨੂੰ ਕਿਤੇ ਡਰ ਹੈਗਾ ਕਿ ਜਥੇਬੰਦੀਆਂ ਜੇਕਰ ਵਾਪਸ ਹੋ ਗਿਆ ਸਾਡਾ ਕੇਸ ਨਹੀਂ ਲੜਿਆ ਜਾਣਾ। ਉਹ ਨੌਜਵਾਨ ਦੇ ਡਰ ਤੇ ਲਿਹਾਜ਼ ਤੋਂ ਤੁਹਾਡੇ ਜਾ ਰਹੇ ਨੇ। ਅਸੀਂ 122 ਸਟੇਟਮੈਂਟ ਉਸ ਸਮੇਂ ਆਈ ਸੀ ਉਹ ਨੌਜਵਾਨ ਖੜਨ ਦੀ ਲੋੜ ਸੀਗੀ। ਦੇਖੋ ਅਸੀਂ ਜਿਹੜੀ ਲੀਗਲ ਕਮੇਟੀ ਬਣਾਈ, ਮੈਂ ਉਸ ਲੀਗਲ ਕਮੇਟੀ 'ਚ ਲੀਗਲ ਕਮੇਟੀ ਵੱਲੋਂ ਅਸੀਂ 3 ਪੀਸਿਸ ਕਰ ਚੁੱਕੇ ਹਾਂ। ਸਾਰੀ ਡਿਟੇਲ ਅਸੀਂ ਲਗਾਤਾਰ ਦੇ ਰਹੇ ਹੈਗੇ ਆ। 10 ਦੇ ਕਰੀਬ ਜ਼ਮਾਨਤਾਂ ਹੋ ਚੁੱਕੀਆਂ ਨੇ, 5 ਜ਼ਮਾਨਤਾਂ ਲੱਗੀਆਂ ਨੇ, ਉਹ ਅੱਜ ਭਲਕ ਜਿਹੜੀਆਂ ਹੋ ਜਾਣੀਆਂ ਨੇ। ਜਿਨ੍ਹਾਂ ਦੇ ਉੱਪਰ 307 ਦੇ ਪਰਚੇ ਨਹੀਂ ਗਏ, ਬਜ਼ੁਰਗ ਨੇ ਤੇ ਜਾਂ ਉਹ ਛੋਟੇ ਪਰਚੇ ਨੇ, ਉਹਨਾਂ ਦੀਆਂ ਜ਼ਮਾਨਤਾਂ ਅਸੀਂ ਪਹਿਲਾਂ ਲਾ ਰਹੇ ਹਾਂ। ਉਹ ਜ਼ਮਾਨਤਾਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ। ਜਿੰਨੇ ਲੋਕ ਜੇਲ੍ਹ ਦੇ ਵਿੱਚ ਬੰਦ ਨੇ, ਸੰਯੁਕਤ ਕਿਸਾਨ ਮੋਰਚੇ ਵੱਲੋਂ ਪਰਸੋਂ ਅਸੀਂ 2 ਲੱਖ ਰੁਪਇਆ ਜੇਲ੍ਹ ਦੇ ਵਿੱਚ ਉਹਨਾਂ ਦੇ ਸਾਰੇ ਖਰਚ ਵਾਸਤੇ ਜਿਹੜਾ ਹੈਗਾ ਉਹ ਦੇ ਕੇ ਆਏ ਆ। ਜਿੰਨੇ ਟਰੈਕਟਰ ਜਿਹੜੇ ਹੈਗੇ ਆ ਉਹ ਮਿਸਿੰਗ ਨੇ, ਜਾਂ ਪੰਜਾਬ ਦੇ ਵਿੱਚ ਤੇ ਹਰਿਆਣੇ 'ਚ ਬਹੁਤ ਸਾਰੇ ਲੋਕਾਂ ਨੂੰ ਨੋਟਿਸ ਜਾ ਰਹੇ ਹੈਗੇ ਆ, ਤਾਂ ਉਹ ਅਸੀਂ ਜਿਹੜੀ 12 ਸੀਨੀਅਰ ਵਕੀਲਾਂ ਦਾ ਪੈਨਲ ਹੈਗਾ ਉਹਦੇ ਅੰਡਰ ਜਿਹੜੇ ਆ 150 ਦੇ ਕਰੀਬ ਜਿਹੜੇ ਹੋਰ ਵਕੀਲ ਕੰਮ ਕਰਦੇ ਨੇ, ਉਹ ਅਸੀਂ ਜਿਹੜਾ ਨੋਟਿਸ ਆ ਰਿਹਾ
ਕਿਉਂਕਿ 2 ਬੰਦੇ ਨੋਟਿਸ ਆਇਆ ਉਹ ਪੇਸ਼ ਹੋ ਗਏ, ਉਹਨਾਂ ਦੀ ਅਰੈਸਟ ਪੈ ਗਈ। ਨੋਟਿਸ ਅਸੀਂ ਕਿਹਾ ਵੀ ਸਾਡੇ ਕੋਲੇ ਆਓ, ਕਿਸੇ ਨੂੰ ਪੇਸ਼ ਹੋਣ ਦੀ ਜ਼ਰੂਰ ਨਹੀਂ, ਉਹਨਾਂ ਦੇ ਜਵਾਬ ਜਿਹੜੀ ਸਾਡੀ ਲੀਗਲ ਕਮੇਟੀ ਹੈਗੀ ਆ ਉਹ ਦੇਊਗੀ। ਰਜਿੰਦਰ ਵੀਰ, ਇਹਨਾਂ ਦੇ ਵਿੱਚ ਨੌਦੀਪ ਦਾ ਮਾਮਲਾ ਕਿੱਥੇ ਖੜਾ? ਕਿਉਂਕਿ ਉਹਨੂੰ ਲੈ ਕੇ ਅਜੇ ਜਥੇਬੰਦੀਆਂ ਖੁੱਲ ਕੇ ਉਵੇਂ ਨਹੀਂ ਜਿਵੇਂ ਉਮੀਦ ਕੀਤੀ ਜਾ ਰਹੀ ਸੀ ਕਿ ਕੀ ਉਹ ਕੁੜੀ ਹੈ, ਉੱਪਰ ਦੀ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦੀ ਹੈ, ਮਜ਼ਦੂਰ ਸੰਗਠਨਾਂ ਤੋਂ ਆਉਂਦੀ ਹੈ, ਇਹ ਸਾਰੇ ਮਸਲੇ ਚਰਚਾ ਬਣਾ ਰਿਹਾ, ਨੈਸ਼ਨਲ ਮੀਡੀਆ ਨੂੰ ਮੁੱਦੇ ਬਣਾ ਰਿਹਾ, ਉੱਥੇ ਜਥੇਬੰਦੀਆਂ ਦੀ ਭੂਮਿਕਾ ਕੀ? ਮੈਂ ਨਾ ਇਹਦੇ ਤੁਹਾਨੂੰ ਇੱਕ ਹੋਰ ਜਾਣਕਾਰੀ ਦਿੰਦਾ। 21 ਜਨਵਰੀ ਨੂੰ ਜਦੋਂ ਇਹ ਰੂਟ ਬਾਰੇ ਪੁਲਿਸ ਨਾਲ ਗੱਲਬਾਤ ਹੋਈ ਸੀ ਤਾਂ ਸੋਨੀਪਤ ਦੇ ਜਿਹੜੇ ਐਸਪੀ ਰੰਧਾਵਾ ਉਹਨਾਂ ਦੇ ਨਾਲ ਮੈਂ ਤੇ ਡਾਕਟਰ ਦਰਸ਼ਨਪਾਲ ਹੋਰਾਂ ਨੇ ਗੱਲ ਕੀਤੀ ਸੀ। ਅਸੀਂ ਕਿਹਾ ਵੀ ਉਹ ਸਾਡੀ ਕੁੜੀ ਆ, ਉਹ ਤੇ ਨਜਾਇਜ਼ ਕੇਸ ਦਰਜ ਹੋਇਆ, ਉਹਨਾਂ ਤੋਂ ਮਿਲਣ ਦਾ ਸਮਾਂ ਲਿਆਓ। ਕਹਿੰਦੇ ਤੁਸੀਂ ਆ ਜਾਓ, ਜੇ ਆਪਾਂ ਬੈਠ ਕੇ ਜਿਹੜੀ ਇਹ ਤੇ ਗੱਲ ਕਰ ਲਾਂਗੇ। ਉਸ ਤੋਂ ਬਾਅਦ ਆ 26 ਵਾਲਾ ਮਾਮਲਾ ਬਣ ਗਿਆ ਹੈਗਾ। ਉਸ ਤੋਂ ਬਾਅਦ ਇਹ ਜਿਹੜੇ ਮਤਲਬ ਸੋਸ਼ਲ ਮੀਡੀਆ ਰਾਹੀਂ ਉਹ ਮਾਮਲਾ ਚਰਚਾ 'ਚ ਆਇਆ, ਜਿਨ੍ਹਾਂ ਨੂੰ ਹੁਣ ਪਤਾ ਲੱਗਾ ਉਹ ਮਾਮਲਾ ਤਾਂ ਉਦੋਂ ਪਹਿਲਾਂ ਦਾ ਹੈਗਾ ਔਰ ਉਹਦੇ 'ਚ ਅਸੀਂ ਇਹ ਸੋਚਿਆ ਹੋਇਆ ਸੀਗਾ ਵੀ ਉਹਨਾਂ ਦੀ ਜਿਹੜੀ ਹੈਗੀ ਮਦਦ ਕਰਨੀ ਹੈ। ਹੁਣ ਵੀ ਜਿਹੜੀ ਸਾਡੀ ਲੀਗਲ ਕਮੇਟੀ ਹੈਗੀ ਉਹਨੇ ਸਾਨੂੰ ਇਹ ਪੁੱਛਿਆ, ਅਸੀਂ ਕਿਹਾ ਵੀ ਹਾਂ ਉਹਦੀ ਅਸੀਂ ਜਿਹੜੀ ਕਾਨੂੰਨੀ ਮਦਦ ਕਰ ਸਕਦੇ ਹਾਂ, ਮਦਦ ਕਰਨੀ ਹੈ। ਕਰਨੀ ਹੈ ਜਾਂ ਕਰ ਰਹੇ ਆ? ਦੇਖੋ ਬਹੁਤ ਸਾਰੇ ਬੰਦੇ ਆ ਜਿਹੜੇ ਉਹਨਾਂ ਨੇ ਮੰਨ ਲਓ ਹੁਣ ਇਹਦੇ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਨੇ ਕਿਸੇ ਨੂੰ ਵਕੀਲ ਪ੍ਰੋਵਾਈਡ ਕਰਾ ਦਿੱਤਾ, ਉਹਦੇ ਨਾਲ ਸਾਡੀ ਲੀਗਲ ਕਮੇਟੀ ਨੇ ਤਾਲਮੇਲ ਕੀਤਾ ਹੋਇਆ। ਜਿਹਨੂੰ ਆਲਰੇਡੀ ਵਕੀਲ ਮਿਲਿਆ ਹੋਇਆ ਉਹ ਧੱਕੇ ਨਾਲ ਉੱਥੇ ਜਾਣ ਦੀ ਜ਼ਰੂਰਤ ਨਹੀਂ। ਜਿਸ ਤਰ੍ਹਾਂ ਦੀ ਵੀ ਮਦਦ ਦੀ ਲੋੜ ਹੈਗੀ ਆ, ਮੈਨੂੰ ਲੱਗਦਾ ਉਹਨਾਂ ਦੀ ਲੀਗਲ ਪੈਰਵਾਈ ਚੱਲ ਰਹੀ ਹੈਗੀ ਆ, ਅਸੀਂ ਹਰ ਤਰੀਕੇ ਨਾਲ ਮਦਦ ਕਰਨ ਦੀ ਜ਼ਰੂਰਤ ਆ, ਪਰ ਆਲਰੇਡੀ ਪੈਰਵਾਈ ਚੱਲ ਰਹੀ ਹੈ। ਹਰਪਾਲ ਸਿੰਘ ਸੰਘਾ, ਸੁਰਜੀਤ ਸਿੰਘ ਫੂਲ ਵੀ ਉਧਰ ਹੀ ਜਥੇਬੰਦੀ ਦੇ ਮੈਂਬਰ ਮੌਜੂਦ ਸੀ ਮੀਟਿੰਗ ਦੇ ਵਿੱਚ। ਹਾਂਜੀ, ਉਹ ਸੰਘਾ ਜੀ ਦਾ ਬਹਾਲ ਕਰਤੇ ਆ। ਦੇਖੋ ਸੰਘਾ ਜੀ ਮੀਟਿੰਗ ਦੇ ਵਿੱਚ ਸੀਗਾ, ਉਹਨਾਂ ਦੇ ਬੇਟੇ ਦਾ ਵਿਆਹ ਹੈਗਾ, ਉਹਨਾਂ ਦਾ ਨੁਮਾਇੰਦਾ ਸੀਗਾ। ਹਾਂ, ਜਿੱਥੋਂ ਤੱਕ ਹੈ ਫੂਲ ਦੇ ਸੰਬੰਧਿਤ ਹੈ ਉਹ ਮੀਟਿੰਗ 'ਚ ਨਹੀਂ ਸੀਗੇ। ਪਹਿਲਾਂ ਵੀ ਕਿਹਾ ਉਹ ਗੱਲ 26 ਜਨਵਰੀ ਨਾਲ ਸੰਬੰਧਿਤ ਨਹੀਂ, ਜਿਹੜੀ ਨੂੰ ਆਪਾਂ ਬਾਰ-ਬਾਰ 26 ਜਨਵਰੀ ਨਾਲ ਕਰਦੇ ਆ। ਕੋਈ ਡਿਸਪਲਿਨ ਏਕਤਾ ਰੱਖਣ ਲਈ ਹੁੰਦਾ ਹੈਗਾ, ਕੋਈ ਸਾਡੀ ਕਮੇਟੀ ਦੇ ਫੈਸਲੇ ਸੀ, ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਗੱਲ ਕਰਾਂਗੇ। ਉਹਨਾਂ ਨੇ ਵੀ ਮੋਰਚੇ 'ਚ ਜਦੋਂ ਫੈਸਲਾ ਹੋਊਗਾ ਮੰਨ ਲਿਆ ਆ ਜਾਣਾ ਹੈਗਾ। ਸਾਡੀ ਕੋਸ਼ਿਸ਼ ਹੈ ਅਸੀਂ ਇਸ ਮੋਰਚੇ ਦੇ ਦੌਰਾਨ ਸਾਰਿਆਂ ਨੂੰ ਇਕੱਠੇ ਰੱਖਣਾ, ਸਰਕਾਰ ਦੇ ਨਾਲ ਮੈਂ ਤੁਹਾਨੂੰ ਇਹ ਕਹਿ ਰਿਹਾ, ਅਸੀਂ 32 ਬੰਦੇ ਆ, ਇੱਥੇ ਰਾਏ ਵੱਖ-ਵੱਖ ਹੋ ਸਕਦੀ ਹੈ। ਜਦੋਂ ਫੈਸਲਾ ਹੋ ਗਿਆ ਸਾਡਾ ਸਾਰਿਆਂ ਦਾ ਇੱਕ ਹੈ। ਜੇ ਉਹ ਕੋਈ ਬੰਦੇ ਉਸ ਆਪਣੀ ਰਾਏ ਪ੍ਰਚਾਰਦੇ ਨੇ, ਉਹ ਨਹੀਂ ਮੰਨਦੇ, ਕਈ ਵਾਰ ਉਹਨਾਂ ਨੂੰ ਕਹਿਣਾ ਹੁੰਦਾ, ਕੋਈ ਡਿਸਪਲਿਨ ਲਾਗੂ ਕਰਨਾ ਹੁੰਦਾ, ਔਰ ਜਦੋਂ ਡਿਸਪਲਿਨ ਲਾਗੂ ਕਰਨ ਤੋਂ ਬਾਅਦ ਫਿਰ ਮੋਰਚੇ 'ਚ ਹੀ ਆ ਜਾਣਾ ਹੁੰਦਾ, ਥੋੜਾ ਵੀ ਉਹਨਾਂ ਨੂੰ ਇੱਥੋਂ ਕੱਢ ਦੇਣਾ ਹੈਗਾ। ਅਜੇ ਤੱਕ ਬਹਾਲ ਨਹੀਂ ਕੀਤਾ। ਉਹ ਨਹੀਂ, ਉਹ ਬਹਾਲ ਵਾਲੀ ਗੱਲ ਨਹੀਂ ਹੈ। ਅੱਜ ਉਹਦੀ ਰਿਪੋਰਟ ਆਈ ਹੈ, ਕਮੇਟੀ ਦੀ ਰਿਪੋਰਟ ਆ ਗਈ, ਰਿਪੋਰਟ ਮੀਟਿੰਗ 'ਚ ਰੱਖੀ ਗਈ, ਰਿਪੋਰਟ ਦੇ ਉੱਤੇ ਫੈਸਲਾ ਹੋ ਜਾਣਾ। ਅਸੀਂ ਤੁਹਾਡੀ ਪੀਸੀ ਦਾ 5 ਵਜੇ ਦਾ ਟਾਈਮ ਸੀ, ਅਸੀਂ ਅੱਗੇ ਦੀ ਤਰ੍ਹਾਂ ਨਹੀਂ ਤੇ ਵੀ ਤੁਹਾਨੂੰ 6:30 7 ਵਜੇ ਤੱਕ ਬਿਠਾ ਰੱਖਦੇ। ਉਹ ਸਾਡੇ ਏਜੰਡੇ ਹੋਰ ਵੀ ਨੇ, ਉਹ ਵੀ ਪੈਂਡ ਕਰਾਂਗੇ, ਕੱਲ ਨੂੰ ਵਿਚਾਰ ਲਾਂਗੇ। ਸਰ, ਦੋਨੋਂ ਕਿਸਾਨ ਜਥੇਬੰਦੀਆਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਉਗਰਾਹਾਂ ਦੇ ਵੱਲੋਂ ਜਿਹੜੀਆਂ ਇਹ ਰੈਲੀਆਂ ਕਹਿ ਲਓ ਜਾਂ ਮਹਾਪੰਚਾਇਤਾਂ ਕਹਿ ਲਓ, ਉਹਨਾਂ ਦੇ ਤਰੀਕਾਂ ਐਲਾਨ ਕਰ ਦਿੱਤੀਆਂ ਗਈਆਂ। ਜੇ ਉਹ ਸੰਯੁਕਤ ਕਿਸਾਨ ਮੋਰਚੇ ਦੇ ਇਸ ਫੈਸਲੇ ਤੋਂ ਬਾਅਦ ਵੀ ਉਹ ਕਰਦੇ ਨੇ ਤਾਂ ਮੋਰਚਾ ਕਿਸ ਤਰ੍ਹਾਂ ਦਾ ਫੈਸਲਾ ਲਊਗਾ? ਹਿੱਸਾ ਨਹੀਂ ਸਾਡਾ। ਦੇਖੋ, ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਨਹੀਂ ਅਸੀਂ ਕਰਕੇ ਦੱਸ ਰਹੇ ਤੁਹਾਨੂੰ, ਅਸੀਂ ਦੱਸ ਰਹੇ ਹਾਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦਾ। 32 ਦਾ ਉਹ ਹਿੱਸਾ ਨਹੀਂ, ਉਹ ਆਪਦਾ ਕਰਦੇ ਨੇ ਕਰਨ। ਜੇ ਸੰਯੁਕਤ ਮੋਰਚੇ 'ਚ ਕੋਈ ਫੈਸਲਾ ਹੋ ਗਿਆ ਨਾ ਕਰਨ ਦਾ, ਸੰਯੁਕਤ ਮੋਰਚਾ ਸਾਰੇ ਦੇਸ਼ ਦਾ ਕਰੂਗਾ, ਉਹ ਪੰਜਾਬ ਬਾਰੇ ਨਹੀਂ ਇਕੱਲਾ ਕਰੂਗਾ। ਸਿੰਘ ਮਾਨਸਾ ਦੀ ਰੈਲੀ ਜਿਹੜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਉਹ ਨਹੀਂ ਹੋਊ ਯਾਰ, ਕੱਲਿਆਂ ਤੇ ਉਹਨੂੰ ਪਹਿਲਾਂ ਕਹਿ ਦਿੱਤੀ, ਕੱਲ ਨੂੰ ਅਸੀਂ 18 ਨੂੰ ਤਿਆਰੀ ਕਰ, ਜੇ ਕੱਲ ਨੂੰ ਅਸੀਂ ਜੇ ਕਰਾਂਗੇ ਤਾਂ 18 ਨੂੰ ਕਿਵੇਂ ਰੋਕਾਂਗੇ? ਉਹ ਪੰਚਾਇਤਾਂ ਵੱਲੋਂ ਜਾਂ ਕਾਸੇ ਵੱਲੋਂ ਕਰ ਰਹੇ, ਰੂਦੂ ਸਿੰਘ ਨਹੀਂ ਕਰ ਰਿਹਾ। ਸਾਡੀ ਉਹਨਾਂ ਨਾਲ ਗੱਲ ਹੋਈ ਆ, ਉਹ ਨਹੀਂ ਰੂਦੂ ਸਿੰਘ ਵੱਲੋਂ ਇਦਾਂ ਕਰ ਰਹੀਆਂ। ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ ਤਾਂ ਆਪਾਂ ਟ੍ਰੇਨਾਂ ਰੋਕਣੀਆਂ ਨੇ, ਦਿੱਲੀ ਜਾਂ ਹਰਿਆਣਾ ਦੇ ਵਿੱਚ ਵੀ ਟ੍ਰੇਨਾਂ ਰੋਕੀਆਂ ਜਾਣਗੀਆਂ। ਕਿਉਂਕਿ ਸੋਨੀਪਤ ਵੱਡੇ ਤਾਦਾਦ 'ਚ ਫੋਰਸ ਲਾ ਦਿੱਤੀ ਗਈ ਹੈ ਉਹਨਾਂ ਨੂੰ। ਦੇਖੋ, ਉਹਨਾਂ ਨੇ ਆਪਣਾ ਪ੍ਰਬੰਧ ਕਰਿਆ। ਫੈਸਲਾ ਜਿਹੜਾ ਉਹ ਹੋਇਆ ਹੈ ਸੰਯੁਕਤ ਮੋਰਚੇ 'ਚ ਹੋਇਆ ਹੈ, ਸਾਰੇ ਦੇਸ਼ 'ਚ ਟ੍ਰੇਨਾਂ ਰੋਕਣ ਦਾ ਹੋਇਆ ਹੈ। ਪਹਿਲਾਂ ਉਹ ਸਾਰੇ ਦੇ ਇਸ ਤਰ੍ਹਾਂ ਨਹੀਂ, ਦਿੱਲੀ ਨੂੰ ਬਾਹਰ ਕਰ ਦਿੱਤਾ ਗਿਆ ਸੀ। ਹੁਣ ਦਿੱਲੀ ਦੇ ਵਿੱਚ ਟ੍ਰੇਨਾਂ ਦੇਖੋ ਗੱਲ ਤੁਸੀਂ ਸਮਝੋ, ਛੱਡ ਦਿੱਤਾ ਗਿਆ। ਦੇਖੋ ਗੱਲ ਸਮਝੋ, ਅਸੀਂ ਦਿੱਲੀ 'ਚ ਬੈਠੇ ਹਾਂ, ਅਸੀਂ ਟ੍ਰੇਨਾਂ ਰੋਕ ਸਕਦੇ ਹਾਂ, ਪਰ ਅਸੀਂ ਹਾਲਾਤਾਂ ਨੂੰ ਵੀ ਸਾਰਿਆਂ ਨੂੰ ਬਾਚ ਰਹੇ ਹਾਂ। ਇਦਾਂ ਦੀ ਗੱਲ ਹੁੰਦੀ ਹੈ, ਅਸੀਂ ਇਹ ਸਮਝਦੇ ਹਾਂ ਇਸ ਗੱਲ ਨੂੰ ਜ਼ਬਰਦਸਤੀ ਆਪਾਂ ਕਿਸੇ ਦੇ ਮੂੰਹ 'ਚ ਨਾ ਪਾਈਏ। ਅਸੀਂ ਤਾਂ ਇਹ ਵੀ ਕਿਹਾ ਸੀ ਅਸੀਂ ਪਾਰਲੀਮੈਂਟ ਵੱਲ ਮਾਰਚ ਕਰਾਂਗੇ, ਪਾਰਲੀਮੈਂਟ ਵਿੱਚ ਮਾਰਚ ਕਰਾਂਗੇ, ਕਿਉਂਕਿ ਅਸੀਂ ਜ਼ਿੰਮੇਵਾਰ ਹਾਂ। ਅਸੀਂ ਜ਼ਿੰਮੇਵਾਰ ਦੀ ਗੱਲ ਕੀਤੀ ਤੇ ਰਾਜਧਾਨੀ ਦਾ ਸਿੱਧਾ ਦਿੱਲੀ 'ਚ ਅਸੀਂ ਨਹੀਂ ਰੋਕਾਂਗੇ। ਅਸੀਂ ਜਿੱਥੇ ਬੈਠੇ ਆ ਨਾ, ਜਿਹੜੇ ਬਾਰਡਰਾਂ ਤੇ ਜਾਣੀਆਂ ਤਾਂ ਦਿੱਲੀ ਚਾਟੋ ਕੋਈ ਨਹੀਂ, ਇੱਕ ਮਿੰਟ ਨਹੀਂ, ਕਿਉਂਕਿ ਚੱਕਾ ਜਾਮ ਵੇਲੇ ਦਿੱਲੀ ਨੂੰ ਬਾਹਰ ਰੱਖਿਆ ਗਿਆ ਸੀ, ਉੱਤਰ ਪ੍ਰਦੇਸ਼ ਨੂੰ ਬਾਹਰ। ਦਿੱਲੀ ਨੂੰ ਸਾਰੀਆਂ ਦਿੱਲੀ ਰੁਕੇਗੀ, ਸਾਰੀ ਇੰਡੀਆ ਦੀ ਹੋਣਗੇ, ਸਾਰੀ
ਸਾਰੇ ਤੁਹਾਡਾ ਜਿਹੜੇ ਅਕਾਲ ਹੈਗੇ ਪੂਰੇ ਦੇਸ਼ ਭਰ ਦੇ ਹਰ ਸ਼ਹਿਰ ਹਰ ਕਸਬੇ ਤੁਸੀਂ ਆਖਿਆ, ਫਿਰ ਦਿੱਲੀ ਦੇਸ਼ ਦੀ ਰਾਜਧਾਨੀ ਹੈ, ਤਾਂ ਵਾਰ-ਵਾਰ ਸਵਾਲ ਪੁੱਛ ਰਿਹਾ, ਕਨਫਿਊਜ਼ਨ ਨਾ ਰਵੇ। ਦਿੱਲੀ ਦੇ ਅੰਦਰ ਵੀ ਰੋਕੇ ਜਾਣਗੀਆਂ ਰੇਲਾਂ ਜਾਂ ਦਿੱਲੀ ਤੋਂ ਬਾਹਰ? ਜਿੱਥੇ ਜਥੇਬੰਦੀਆਂ ਦੀ ਹੋਂਦ ਹੋਊ ਉੱਥੇ ਜਿੱਥੇ ਕੋਆਰਡੀਨੇਸ਼ਨ ਨਹੀਂ ਹੈਗੀ ਉੱਥੇ ਕਿਵੇਂ ਰੁਕ ਜੂ? ਦਿੱਲੀ ਦੇ ਵਿੱਚ ਜਿੱਥੇ ਕਿਸਾਨ ਜਥੇਬੰਦੀ ਜਿਹੜੇ ਮੁਲਕ ਦੇ ਖਿੱਤੇ 'ਚ ਹੈ ਹੀ ਨਹੀਂ ਉੱਥੇ ਕਿੱਦਾਂ ਰੁਕ ਜੂਗੀ? ਤੁਹਾਡੇ ਸਵਾਲ 'ਚ ਸਵਾਲ ਹੈ, ਤੁਸੀਂ ਕਿਹਾ ਵੀ ਪੂਰੇ ਦੇਸ਼ ਵਿਆਪੀ ਜਿਹੜਾ ਇਹ ਚੱਕਾ ਜਾਮ ਹੋਊਗਾ ਰੇਲਾਂ ਦਾ, ਤੇ ਕੋਆਰਡੀਨੇਟ ਤੁਸੀਂ ਕਰ ਰਹੇ ਹੋਵੋਗੇ ਤੇਲੰਗਾਨਾ 'ਚ, ਕਰਨਾਟਕਾ 'ਚ, ਤ੍ਰਿਪੁਰਾ ਵੀ, ਜਿੱਦਾਂ ਤੁਸੀਂ ਬੋਲਿਆ ਨਾ, ਉਹਨਾਂ ਸਟੇਟਾਂ ਦੇ ਕਿਸਾਨਾਂ ਨੂੰ ਤੁਸੀਂ ਕਿਵੇਂ ਕੋਆਰਡੀਨੇਟ ਕੀਤਾ ਹੈ ਇਸ ਜਾਮ ਨੂੰ ਸਫਲ ਬਣਾਉਣ ਦਾ? 470 ਜਥੇਬੰਦੀਆਂ ਦਾ ਸਾਡਾ ਮੋਰਚਾ, 70 ਜਥੇਬੰਦੀਆਂ। ਤੁਸੀਂ ਇਹ ਸਮਝੋ ਮਹਾਰਾਸ਼ਟਰ 'ਚੋਂ ਵੀ ਚੱਲ ਕੇ 1000 ਕਿਸਾਨ ਉੱਥੇ ਬੈਠਾ ਹੈ ਸ਼ਾਹਜਹਾਂਪੁਰ, ਤ੍ਰਿਪੁਰਾ ਜੋ ਕਿਸਾਨ ਉੱਥੇ ਬੈਠੇ ਹੈਗੇ, ਸਾਰੇ ਦੇਸ਼ ਦੇ ਵਿੱਚੋਂ ਕਿਸਾਨ ਹੈ। ਉਹਨਾਂ ਜਥੇਬੰਦੀਆਂ ਦੇ ਰਾਹੀਂ ਜਿਹੜੀਆਂ ਆਲ ਇੰਡੀਆ ਪੱਧਰ ਦੇ ਜਥੇਬੰਦੀਆਂ ਜਿਹੜਿਆਂ ਦਾ ਮੋਰਚਾ 470 ਦਾ, ਉਹਨਾਂ ਨਾਲ ਜਦੋਂ ਸੰਪਰਕ ਜਾਂ ਉੱਥੇ ਤਿਆਰੀ ਕਰ ਰਹੇ ਹਾਂ। ਜਿਹੜੇ ਅਸੀਂ ਪਹਿਲਾਂ ਸੱਦੇ ਵੀ ਦਿੱਤੇ ਨੇ ਉਹਨਾਂ ਸਟੇਟਾਂ 'ਚ ਲਾਗੂ ਹੁੰਦੇ ਨੇ, ਜ਼ਿਲ੍ਹਿਆਂ 'ਚ, ਤਹਿਸੀਲਾਂ 'ਚ, ਉਹਨਾਂ ਦੀਆਂ ਸਟੇਟਾਂ ਦੇ ਵਿੱਚ ਉਸੇ ਤਰੀਕੇ ਨਾਲ ਮੋਰਚੇ ਹੋਣਗੇ। ਜਥੇਬੰਦੀਆਂ ਦੇ ਢਾਂਚਾ ਬਣਾਇਆ ਹੋਇਆ ਹੇਠਾਂ ਤੱਕ। ਉੱਥੇ ਰੁਕੇ ਜਿੱਥੇ ਜਥੇਬੰਦੀਆਂ ਦਿੱਲੀ ਦੇ ਵਿੱਚ ਤਾਂ 26 ਜਨਵਰੀ ਵੇਲੇ ਵੀ ਜਥੇਬੰਦੀਆਂ ਸੀ। 26 ਤਰੀਕ ਨੂੰ ਤਾਂ ਪ੍ਰੋਗਰਾਮ ਹੋਏ ਨਾ, 26 ਤਰੀਕ ਨੂੰ ਤਾਂ ਆਊਟਰ ਰਿੰਗ ਰੋਡ ਤੇ ਵੀ ਜਾਇਆ ਗਿਆ, ਤੁਹਾਡੇ ਨਿਸ਼ਚਿਤ ਪ੍ਰੋਗਰਾਮ ਤੇ ਵੀ ਜਾਇਆ ਗਿਆ, ਉਦੋਂ ਵੀ ਤਾਂ ਹੋਇਆ ਨਾ। ਉਦੋਂ ਤਾਂ ਜਥੇਬੰਦੀਆਂ ਦਿੱਲੀ ਦੇ ਵਿੱਚ ਹੈ ਨਹੀਂ। ਉਹ ਪੂਰੇ ਦੇਸ਼ ਦਾ ਇੱਕੋ ਪ੍ਰੋਗਰਾਮ ਸੀ, ਇਹ ਲੋਕਲ ਪ੍ਰੋਗਰਾਮ। ਉਦੋਂ ਸੱਦਾ ਹੀ ਗੱਲ ਮੈਟਰੋ ਵਾਂਗੂ ਕਿ ਦੇਖਦੇ ਹੋ ਪ੍ਰੋਗਰਾਮ ਜਿਵੇਂ ਦਿੱਲੀ ਦੇ ਵਿੱਚ ਮੈਟਰੋ ਚੱਲਦੀ ਹੈ, ਤੁਸੀਂ ਰੇਲਵੇ ਨੂੰ ਐਵੇਂ ਕਿ ਦੇਖਦੇ ਹੋ? ਇੱਕ ਸਟੇਟ 'ਚੋਂ ਦੂਜੀ ਸਟੇਟ ਦੇ ਵਿੱਚ ਜਾਣਾ, ਕਿ ਜੇ ਮਤਲਬ ਦਿੱਲੀ 'ਚੋਂ ਲੰਘ ਤਾਂ ਹਰਿਆਣੇ 'ਚੋਂ ਲੰਘ ਜੂ, ਹਰਿਆਣੇ 'ਚੋਂ ਲੰਘ ਪੰਜਾਬ 'ਚੋਂ ਲੰਘ ਜੂ, ਕਿਤੇ ਨਹੀਂ ਜਾਊਗਾ ਕੋਈ ਰੇਲ। ਬਿਲਕੁਲ ਬੰਦ। ਅੰਬਾਲਾ, ਰੋਹਤਕ, ਗਾਜ਼ੀਆਬਾਦ ਬੰਦ ਹੋ ਗਿਆ ਨਾ। ਫੋਰਸ ਲਾਤੀ ਹਰਿਆਣੇ 'ਚ, ਜਦੋਂ ਮੁੱਖ ਮੰਤਰੀ ਨੇ ਆਉਣਾ ਦੀ ਫੋਰਸ ਉਦੋਂ ਵੀ ਲਾਤੀ ਸੀ। ਲੋਕ ਉਹ ਹਰਿਆਣੇ ਦੇ ਕਿਸਾਨ ਕਹਿੰਦੇ ਤੇ ਮੁੱਖ ਮੰਤਰੀ ਦਾ ਫੰਕਸ਼ਨ ਨਹੀਂ ਹੋਣ ਦੇਣਾ, ਉੱਥੋਂ ਦੀ ਬੀਜੇਪੀ ਕਹਿੰਦੀ ਸੀ ਕਰਾਉਣਾ ਹੈ। ਲੋਕਲ ਹੋਰ ਲੋਕਾਂ ਨੂੰ ਇਕੱਠੇ ਕਰਕੇ ਤੇ ਫੋਰਸ ਉਦੋਂ ਵੀ ਲਾਤੀ ਸੀ, ਪਰ ਉਹ ਫੰਕਸ਼ਨ ਹੋਇਆ ਨਹੀਂ ਸੀਗਾ। ਫੋਰਸ ਹੁਣ ਵੀ ਲਾਤੀ, ਉਹਨਾਂ ਨੇ ਹੋਰ ਥਾਵੇਂ ਵੀ ਲਾਉਣੀ ਹੈ। ਕਿਸਾਨਾਂ ਨੇ ਆਪਣਾ ਪ੍ਰੋਗਰਾਮ ਰਹਿ ਕੇ ਉਹਦਾ ਰੋਸ ਜ਼ਾਹਰ ਕਰਨਾ, ਟ੍ਰੈਫਿਕ ਰੋਕਣੀ। ਦੋ ਸਵਾਲ ਆਖਰੀ ਸਵਾਲ ਹੈ, ਤੁਸੀਂ ਹੁਣੇ ਕਿਹਾ ਸੀਗਾ ਕਿ ਕਿੱਥੇ ਕਿੱਥੇ ਜਿਹੜੀਆਂ ਟ੍ਰੇਨਾਂ ਰੋਕੀਆਂ ਜਾਣਗੀਆਂ ਤੇ ਕਿਹੜਾ ਕਿਹੜਾ ਲੀਡਰ ਅਗਵਾਈ ਕਰੂਗਾ? ਕਿਉਂਕਿ ਜੇ ਆਪਾਂ ਗੱਲ ਕਰੀਏ ਜਦੋਂ ਚੱਕਾ ਜਾਮ ਕੀਤਾ ਗਿਆ ਸੀ ਕਿ ਐਮਪੀ ਰੋਡ ਤੇ ਸੀ, ਉੱਥੇ ਕੋਈ ਵੀ ਆਗੂ ਨਹੀਂ ਸੀ, ਤੇ ਜਿਹੜੇ ਉੱਥੇ ਵਲੰਟੀਅਰ ਸੀਗੇ ਉਹ ਕਿਤੇ ਨਾ ਕਿਤੇ ਉਹ ਇਹ ਕਹਿੰਦੇ ਸਾਨੂੰ ਕਿਹਾ ਗਿਆ ਵੀ ਰੋਕਣਾ ਹੈ, ਤਾਂ ਉੱਥੇ ਬੱਚੇ ਵੀ ਰੋਕੇ ਗਏ, 1.5 ਸਾਲ ਦਾ ਬੱਚਾ ਵੀ ਰੋਕਿਆ ਗਿਆ ਤੇ ਉੱਥੇ ਮਹਿਲਾਵਾਂ ਵੀ ਰੋਕੀਆਂ ਗਿਆ। ਸੋ ਇਹ ਸਵਾਲ ਤੁਹਾਡੇ ਤੱਕ ਪਹੁੰਚਾਉਣਾ ਇਸ ਲਈ ਜ਼ਰੂਰੀ ਹੈ ਕਿ ਉੱਥੇ ਕੋਈ ਨਾ ਕੋਈ ਅਗਵਾਈ ਕਰਦਾ ਹੋ। ਦੇਖੋ, ਸਟੇਟਾਂ ਦੇ ਵਿੱਚ ਫੈਸਲਾ ਉਹਨਾਂ ਸਟੇਟਾਂ ਨੇ ਲੈ ਲੈਣਾ ਵੀ ਕਿੱਥੇ ਕਿੱਥੇ ਰੋਕਣਾ ਹੈ। ਉਹਨੂੰ ਸਾਰਾ ਇੱਥੋਂ ਤਾਂ ਨਹੀਂ ਜਾ ਕੇ ਕਹਿਣਾ ਵੀ ਇਹ ਸਟੇਟ 'ਚ ਇੱਥੇ ਰੋਕਣੇ ਨੇ, ਰੇਲਵੇ ਰੋਕਣੀ ਹੈ। ਉਹਨਾਂ ਸਟੇਟਾਂ ਦੀ ਲੀਡਰਸ਼ਿਪ ਦੀ ਜ਼ਿੰਮੇਵਾਰੀ ਆ ਵੀ ਕਿੱਥੇ ਕਿੱਥੇ ਰੋਕਣਗੇ। ਉੱਥੇ ਉੱਥੇ ਉਹਨਾਂ ਦੀ ਲੀਡਰਸ਼ਿਪ ਨੇ ਜਾਣਾ। ਪਹਿਲਾਂ ਕਿਹਾ ਹੈਗਾ ਸੀ, ਬੂਟਾ ਸਿੰਘ ਨੇ ਕਿਹਾ ਜ਼ਰੂਰੀ ਨਹੀਂ ਵੀ ਅਸੀਂ ਜਾ ਕੇ ਉੱਥੇ ਰੋਕਣੇ ਆ, ਹੇਠਾਂ ਢਾਂਚਾ ਜਥੇਬੰਦੀਆਂ ਦਾ ਉਹ ਬੈਠੇ ਨੇ, ਪਹਿਲਾਂ ਤੋਂ ਤਿਆਰੀ ਕਰੀ ਹੋਈ ਹੈ, ਉਹਨਾਂ ਨੇ ਉੱਥੇ ਰੋਕਣਾ ਹੈ। ਬਾਈ ਜੀ ਇੱਕ ਟੂਲ ਕਿੱਟ ਮਾਮਲੇ ਦਾ ਉਹ ਬਾਈ ਜੀ ਗੱਲ ਕਰ ਉਹਨੇ ਮਦਦ ਕੀਤੀ ਸੀ ਕਿਸਾਨਾਂ ਦੀ ਸੋਸ਼ਲ ਮੀਡੀਆ ਤੇ, ਉਹਦੀ ਕੋਲ ਤੇ ਗ੍ਰਿਫਤਾਰੀ ਹੋ ਚੁੱਕੀ ਆ। ਕੀ ਸੰਯੁਕਤ ਮੋਰਚਾ ਉਹਨਾਂ ਦੀ ਕੋਈ ਮਦਦ ਕਰੇ? ਕਿਸ ਤਰ੍ਹਾਂ ਅਸੀਂ ਉਸ ਗ੍ਰਿਫਤਾਰੀ ਦੀ ਨਿਖੇਧੀ ਕਰਦੇ ਹਾਂ। ਟੂਲ ਕਿੱਟ ਕੀ ਆ? ਪਲਾਨਿੰਗ ਹੀ ਐਜੀਟੇਸ਼ਨ ਦੀ। ਜੇ ਹੁਣ ਅਸੀਂ ਕਹੇ ਵੀ 18 ਨੂੰ ਚੱਕਾ ਜਾਮ ਕਰਨਾ, 20 ਨੂੰ ਆਹ ਕਰਨਾ, 23 ਨੂੰ ਆਹ ਕਰਨਾ, 24 ਨੂੰ ਆਹ ਕਰਨਾ, ਪਲਾਨਿੰਗ ਕਰਨ ਨੂੰ ਕਿੱਦਾਂ ਕੋਈ ਤੁਸੀਂ ਗਲਤ ਕਹਿ ਸਕਦੇ ਹੈਗੇ ਹੋ? ਉਹ ਸਰਕਾਰ ਅਸਲ ਦੇ ਵਿੱਚ ਕੀ ਆ ਕਿ ਜਿਹੜੀ ਵੀ ਸਾਡੀ ਹਮਾਇਤ ਦੇ ਵਿੱਚ ਲੋਕ ਨੇ ਉਹਨਾਂ ਨੂੰ ਉਹ ਦਬਾਉਣਾ ਚਾਹੁੰਦੀ ਹੈਗੀ ਆ, ਤੇ ਅਸੀਂ ਉਸ ਗ੍ਰਿਫਤਾਰੀ ਦੀ ਡਟਵੀਂ ਵਿਰੋਧਤਾ ਕਰਦੇ ਹਾਂ। ਮਦਦ ਵੀ ਕੀਤੀ ਜਾ ਰਹੀ? ਬਿਲਕੁਲ ਜੀ, ਹਰ ਤਰ੍ਹਾਂ ਦੀ ਮਦਦ ਕਰਾਂਗੇ। ਉਹਦੇ ਖਿਲਾਫ ਪ੍ਰੋਟੈਸਟ ਵੀ ਆਖਰੀ ਸਵਾਲ ਹੈ ਜੀ, ਸਾਨੂੰ ਇਹ ਦੱਸ ਦਿਓ ਕਿ ਗੈਰ ਰਸਮੀ ਸੱਦੇ ਜਥੇਬੰਦੀਆਂ ਕੋਲ ਕਹਿੰਦੇ ਬਹੁਤ ਆ ਰਹੇ ਨੇ, ਵਿਚੋਲੇ ਵੀ ਸਰਕਾਰ ਦੇ ਸੰਪਰਕ ਕਰ ਰਹੇ, ਰਸਮੀ ਸੱਦਾ ਕਦੋਂ ਆ ਰਿਹਾ? ਦੇਖੋ, ਹਜੇ ਤੱਕ ਤਾਂ ਜੀ ਸਾਡੇ ਕੋਲੇ ਰਸਮੀ ਸੱਦੇ ਦਾ, ਜੇ ਕਿਹੜੇ ਗੈਰ ਰਸਮੀ ਨੇ ਉਹਨਾਂ ਨੂੰ ਕਿਸੇ ਨੇ ਨਹੀਂ ਮੰਨਣਾ, ਤੇ ਨਾ ਹੀ ਕੋਈ ਵਿਚੋਲਿਆਂ ਵਾਲੀ ਆ। ਤੁਸੀਂ ਬਾਹਰ ਇਸ ਗੱਲ ਤੇ ਰਹੋ, ਤੁਹਾਡੇ ਤੇ ਰਾਹੀਂ ਸਾਡਾ ਮੋਰਚੇ ਦੀ ਕਾਮਯਾਬੀ ਹੋ ਰਹੀ ਹੈ। ਅਸੀਂ ਸਾਰੀਆਂ ਜਥੇਬੰਦੀਆਂ ਸੰਯੁਕਤ ਮੋਰਚਾ ਇਸ ਗੱਲ ਤੇ ਇੱਕਮੁੱਠ ਹੈ। ਅਸੀਂ ਕਿਸਾਨ ਹੈ, ਕਿਸਾਨਾਂ ਦੇ ਮਸਲਿਆਂ ਤੇ 3 ਕਾਨੂੰਨਾਂ ਤੇ ਰੱਦ ਕਰਾਉਣ ਲਈ, MSP ਨੂੰ ਕਾਨੂੰਨੀ ਜਾਮਾ ਪਹਿਨਾਉਣ ਲਈ ਆਇਆ। ਉਹਨੂੰ ਮੋਰਚੇ ਦੇ ਉੱਤੇ ਇਹਨਾਂ ਨੂੰ ਹੱਲ ਕਰਾ ਕੇ ਜਾਵਾਂਗੇ, ਔਰ ਕੋਈ ਢਿੱਲ ਮੱਠਣੀ ਦੇ ਉੱਤੇ ਕਰਾਂਗੇ, ਕਿਸੇ ਦੇ ਦਬਾਅ ਥੱਲੇ ਨਹੀਂ। ਮਨਦੀਪ ਕੀ ਕਹਿੰਦਾ? ਬਾਈ ਜੀ ਹੁਣੇ ਨਾ ਐਲਾਨ ਕੀਤਾ ਸੀਗਾ ਕਿ ਪੂਰੇ ਭਾਰਤ ਦੇ ਵਿੱਚ ਰੇਲਾਂ ਜਾਮ ਕੀਤੀਆਂ ਜਾਣਗੀਆਂ। ਥੋੜੇ ਚਿਰ ਬਾਅਦ ਤੁਸੀਂ ਕਿਹਾ ਵੀ ਜਿੱਥੇ ਇੱਥੇ ਸਾਡੇ ਕਿਸਾਨ ਜਥੇਬੰਦੀਆਂ ਸਰਗਰਮ ਹੋਣਗੀਆਂ, ਉੱਥੇ ਰੋਕ ਲੈਣਗੇ, ਵੀ ਜਿੱਥੇ ਸਾਡੀ ਸਰਗਰਮ ਹੈ ਹੀ ਨਹੀਂ ਉੱਥੇ ਕਿਵੇਂ ਰੋਕ ਲੈਣਗੀਆਂ? ਹੁਣ ਮੰਨ ਲਓ ਤੁਸੀਂ ਕਿਹਾ ਵੀ ਸਾਰੇ ਭਾਰਤ ਵਿੱਚ ਅਸੀਂ ਰੇਲਾਂ ਰੋਕਾਂਗੇ,
ਜਜ਼ਬਾਤ ਵਿੱਚ ਆ ਕੇ ਕੋਈ ਬੰਦੇ ਮੰਨ ਲਓ ਕਿਸੇ ਜਥੇਬੰਦੀ ਨਾਲ ਨਹੀਂ ਸੰਪਰਕ ਦੇ ਵਿੱਚ ਉਹ ਰੇਲਾਂ ਰੋਕ ਲੈਂਦੇ ਆ, ਕਿਤੇ ਇਹ ਤਾਂ ਨਹੀਂ ਵੀ ਅਗਲੇ ਦਿਨ ਤੁਸੀਂ ਕਹਿ ਦੋ ਬਈ ਫਲਾਣਾ ਬੰਦਾ ਮੁਰਦਾਬਾਦ ਨਹੀਂ ਨਹੀਂ ਇਦਾਂ ਦੀ ਗੱਲ ਨਹੀਂ। ਜਦੋਂ ਕੋਈ ਰੋਕੂਗਾ ਉਹ ਦੇਖਾਂਗੇ ਵੀ ਕਿਸ ਤਰ੍ਹਾਂ ਦੀ ਕਿਸਮ ਹੈ। ਇਹ ਪਹਿਲਾਂ ਦੀ 19 ਤਰੀਕ ਦੀ ਜਿਹੜੀ ਪੀਸੀ ਉਹਨਾਂ ਉਹਦੇ ਚ ਉਹ ਜੇ ਕਰੇ ਇੱਥੇ ਰੋਕ ਲੀਆਂ, ਇੱਥੇ ਚੱਲੀ ਗਈਆਂ। ਇਹ 19 ਨੂੰ ਸਵਾਲ ਇਹ ਆਉਣ ਵਾਲੇ ਸਮੇਂ ਦੀ ਉਹ ਹੈ, ਦੇਖਾਂਗੇ ਕੀ ਹੁੰਦਾ ਹੈਗਾ। ਇਹ ਡਿਸਪਲਿਨ ਬਣਾ ਕੇ ਜਿਹੜਾ ਕਰੂਗਾ, ਜਿੱਥੇ ਕੋਈ ਏਦਾਂ ਦੀ ਗੱਲ ਹੋ ਗਈ ਅਗਲੀ ਪੀਸੀ ਚ ਰੱਖਦੇ ਜੀ। ਪਹਿਲਾਂ ਇਹੀ ਕੁਝ ਹੋਇਆਗਾ 26 ਤੋਂ ਬਾਅਦ ਇਹੀ ਕੁਝ ਹੋਇਆ। ਮੇਰਾ ਕਹਿਣ ਦਾ ਮਤਲਬ ਇਹ ਹੈ ਦੇਖੋ ਜਿਹੜਾ ਅਸੀਂ ਸਾਫ ਹਾਂ, ਡਿਸਪਲਿਨ ਚ ਰਹਿ ਕੇ ਸਾਡੇ ਫੈਸਲੇ ਨੂੰ ਮੰਨ ਕੇ ਜਿਹੜਾ ਕੋਈ ਰੋਕੂਗਾ ਲੜਾਈ ਲੜਦਾ ਉਹਦੇ ਅਸੀਂ ਜ਼ਿੰਮੇਵਾਰ ਹਾਂ। ਜਿਹੜਾ ਸਾਡੇ ਫੈਸਲੇ ਨੂੰ ਨਹੀਂ ਮੰਨਦਾ ਆਪਣੇ ਤੌਰ ਤੇ ਕਰਦਾ ਉਹਦੀ ਆਪਣੀ ਉਹ ਹੈ ਜਿਹੜੀ ਸੱਭੀ ਨਾਲ ਜੋੜਦੇ ਆ। ਅਸੀਂ ਬਾਰ-ਬਾਰ ਕਹਿੰਦੇ ਰਹੇ ਹਾਂ ਮੋਰਚਾ ਸਾਡਾ ਪੁਰਅਮਨ ਹੈ, ਪੁਰਅਮਨ ਰੱਖਣਾ ਹੈ, ਪੁਰਅਮਨ ਰਹੂਗਾ। ਇਹਦੀ ਸਫਲਤਾ ਹੀ ਪੁਰਅਮਨ ਹੈ। ਇਹਨਾਂ ਨੇ ਸਵਾਲ ਕੀਤਾ ਜਿੱਦਾਂ ਅਫੀਸ਼ੀਅਲ ਸੱਦਾ ਆਊਗਾ ਨਾ ਅਸੀਂ ਪ੍ਰੈਸ ਕਾਨਫਰੰਸ ਕਰ ਅਸੀਂ ਸਾਰਿਆਂ ਦੇ ਕੇਸ ਲੜ ਰਹੇ ਹਾਂ, ਸਾਰਿਆਂ ਦੇ ਲੜ ਰਹੇ ਹਾਂ, ਸਾਰੇ ਲੜ ਰਹੇ ਹਾਂ। ਅਸੀਂ ਨੌਜਵਾਨਾਂ ਚੋਂ ਆ ਕੇ ਆਏ ਹਾਂ, ਜਿੰਨੇ ਕਿ ਅਸੀਂ ਨੌਜਵਾਨਾਂ ਚੋਂ ਆਏ ਹਾਂ। ਇਹਨਾਂ ਨੇ ਕੇਸ ਬਣਿਆ ਵਿਦਿਆਰਥੀ